इस घर दे विच सिलेंडर है, सिलेंडर के उत्ते खाना बनता है। बहुत सारी बीमारियां सिलेंडर के उत्ते खाना बनाने करके भी होंदियां ने। वो किहड़ियां ने? सुभाव चिड़चिड़ा हो जाएगा, गुस्सा ज़्यादा आएगा, हिटिंग और तुहाडे अंदर नैगेटिव थॉट ज़्यादा हो जाएंगे, ठीक है, और नींद ते इफेक्ट आ जाना है। ਤੁਸੀਂ ਜਿਹੜੇ ਮਰੀਜ਼ਾਂ ਨੂੰ ਇੱਥੇ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਬੈਠੇ ਸੀ OPD, ਤੁਸੀਂ ਕਹਿ ਰਹੇ ਸੀ ਕਿ ਆਪਣੇ ਘਰ ਨੂੰ ਲੈ ਜਾਓ ਸਕੈਨਾਂ ਸਕੂਨਾਂ ਆਪਣੀਆਂ, ਮੈਂ ਵੇਖਦਾ ਨਹੀਂ, ਕਈ ਤਾਂ ਗੁੱਸੇ ਵੀ ਹੋ ਗਏ। ਪਲਸ ਤੋਂ ਬੈਸਟ ਕੋਈ ਸਾਥੀ ਨਹੀਂ ਹੈ ਡਾਕਟਰ ਦਾ। ਖਾਣ ਦਾ ਸਹੀ ਤਰੀਕਾ ਕੀ ਹੈ? ਔਰ ਮੇਰਾ ਅਗਲਾ ਸਵਾਲ ਇਹ ਵੀ ਹੈ ਕਿ ਜੇਕਰ ਅਸੀਂ ਸਹੀ ਖਾਈਏ ਪੀਏ, ਸਾਡੀ ਉਮਰ ਕਿੰਨੀ ਹੋਏਗੀ? ਬਿਮਾਰੀਆਂ ਲੱਗਣਗੀਆਂ ਸਾਨੂੰ? ਇਹਨਾਂ ਜ਼ਰੂਰ ਹੈ ਕਿ ਜਿਹੜੇ ਲੋਕ ਖਾਣ ਦਾ ਤਰੀਕਾ ਸਿੱਖ ਜਾਣਗੇ, ਡੈਮੇਜ ਘਟ ਜਾਣਗੇ, ਉਹਨਾਂ ਦੇ ਡੈਮੇਜ ਘਟ ਜਾਣਗੇ, ਉਹਨਾਂ ਦੇ ਸਰੀਰ ਦੇ ਅੰਗ ਨੇ ਜਿਹੜੇ, ਉਹਨਾਂ ਦੀ ਵਾਰ-ਵਾਰ ਬਿਮਾਰ ਹੋਣ ਦੇ ਜਿਹੜੀ ਸਾਈਕਲ ਘੁੰਮਦਾ ਹੈ ਉਹ ਸਲੋ ਹੋ ਜਾਏਗਾ। ਤੁਹਾਡਾ ਇਹ ਦਾਅਵਾ ਹੈ ਕਿ ਜਿਹੜਾ ਖਾਣੇ ਤੋਂ ਪਹਿਲਾਂ ਪਲੇਟ ਨੰਬਰ 1 ਤੇ ਪਲੇਟ ਨੰਬਰ 2 ਆਪਣੇ ਭੋਜਨ ਦਾ ਹਿੱਸਾ ਬਣਾ ਲੇਗਾ, ਉਹਨੂੰ ਬਿਮਾਰੀਆਂ, ਉਹਨੂੰ ਤਾਂ ਕੀ, ਉਹਨਾਂ ਦੇ ਗੁਆਂਢ 'ਚ ਵੀ ਕਿਸੇ ਨੂੰ ਕੋਈ ਬੁਖਾਰ ਨਹੀਂ ਚੜ੍ਹੇਗਾ ਕਦੇ। ਜੀ ਜੀ, ਤੁਸੀਂ ਖਾਣਾ ਖਾਣ ਤੋਂ ਪਹਿਲਾਂ ਪਲੇਟ ਨੰਬਰ 1 ਫਿਨਿਸ਼ ਕਰ ਲੈਂਦੇ ਹੋ। ਕਬਜ਼, ਐਸਿਡ, ਗੈਸ, ਤੇਜ਼ਾਬ, ਪਿੱਤੇ ਦੇ ਵਿੱਚ ਪੱਥਰੀ ਬਣਨ ਦੇ ਚਾਂਸਸ ਤੇ ਕਾਰਨ ਬਿਲਕੁਲ ਨਾ ਮਾਤਰ 'ਚ ਹੋ ਜਾਣਗੇ। ਜਿਹਨਾਂ ਲੀਵਰ ਫੈਟੀ ਹੋ ਗਿਆ, ਜਿਨ੍ਹਾਂ ਦੇ ਪਿੱਤੇ ਦੇ ਵਿੱਚ ਪੱਥਰੀ ਬੋਲ ਦਿੱਤੀ ਗਈ, ਚਾਹੇ ਸਟਾਰਟਿੰਗ ਹੈ, ਜਿਨ੍ਹਾਂ ਨੂੰ ਐਸਿਡ, ਗੈਸ ਤੇ ਕਰੋਨਿਕਲ ਕਬਜ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈਗੀ, ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਖਾਣਾ ਖਾਣ ਤੋਂ ਪਹਿਲਾਂ ਪਲੇਟ ਨੰਬਰ 1। ਕੁਲਚੇ ਛੋਲੇ ਨੇ, ਗੋਲ ਗੱਪੇ ਨੇ, ਦਹੀਂ ਭੱਲੇ ਨੇ, ਛੋਲੇ ਭਟੂਰੇ ਨੇ, ਜਿਹੜੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ। ਰਹਿੰਦੀ ਖੁੰਦੀ ਕਸਰ ਹੈ ਜਿਹੜੀ ਅਸੀਂ ਫਾਸਟ ਫੂਡ 'ਤੇ ਆ ਜਾਈਏ, ਹੋਰ ਜਿਹੜੇ ਨੇ ਚਾਈਨੀਜ਼ ਫੂਡ ਹੈਗੇ ਨੇ, ਅਤੇ ਇਹੀ ਤਾਂ ਸਹੀ ਭੋਜਨ ਹੈ ਜੀ। ਹੋਰ ਕੀ ਅਸੀਂ ਬਾਜ਼ਾਰਾਂ 'ਚ ਮਾਰਕੀਟਾਂ 'ਚ ਥਾਂ ਨਹੀਂ ਮਿਲਦੀ, ਲੋਕ ਲੜਾਈਆਂ ਕਰਦੇ ਨੇ। ਨਿਊਡਲਸ ਨੂੰ ਵੈਸੇ ਹੀ ਪੇਟ ਦੇ ਵਿੱਚ ਹਜਮ ਹੋਣ ਲਈ ਔਰ ਫਲਸ਼ ਆਊਟ ਹੋਣ ਲਈ 15 ਦਿਨ ਚਾਹੀਦੇ ਨੇ ਬਾਡੀ ਦੇ ਵਿੱਚ। ਬਰਗਰ ਨੂੰ ਬਾਡੀ ਦੇ ਵਿੱਚੋਂ ਫਲਸ਼ ਆਊਟ ਹੋਣ ਲਈ ਕਮ ਸੇ ਕਮ 7 ਦਿਨ ਤੱਕ ਦਾ ਪੂਰਾ ਟਾਈਮ ਪੀਰੀਅਡ ਹੈ। ਜੇ ਤੁਸੀਂ ਕੋਲਨ ਵਾਸ਼ ਕਰਨੀ ਹੈ ਪੂਰੀ ਦੀ ਪੂਰੀ, ਉਹ ਵੀ ਇੰਡੀਅਨ ਲੋਕਾਂ ਦੇ ਲਾਗੂ ਹੁੰਦਾ। ਅਮਰੀਕਾ ਦੇ ਵਿੱਚ ਤਾਂ ਨਾਰਮਲ ਉਹ ਸਬਜ਼ੀ ਵੀ ਖਾ ਲੈਂਦੀ, ਉਹਦੇ ਵਾਸਤੇ ਵੀ ਕੋਲਨ ਵਾਸ਼ ਚਾਹੀਦਾ ਉਹਨਾਂ ਨੂੰ। ਐਪਲ ਨਾਲੋਂ 7.5 ਗੁਣਾ ਜ਼ਿਆਦਾ ਗੁਣ ਅਮਰੂਦ 'ਚ ਹੈ। ਉਹ ਕਿਉਂ ਨਹੀਂ ਕਿਹਾ ਕਿਸੇ ਨੇ, ਇਹ ਅਮਰੂਦ ਇਨ ਅ ਡੇ ਕੀਪ ਦਾ ਡਾਕਟਰ ਅਵੇ। ਜਿਹਨੂੰ ਖਾਣਾ ਖਾਣ ਤੋਂ ਬਾਅਦ ਭਾਰਾਪਨ ਮਹਿਸੂਸ ਹੁੰਦਾ ਹੈ, 1 ਨੰਬਰ ਪਲੇਟ ਪਹਿਲਾਂ ਤਾਂ ਫਿਨਿਸ਼ ਕਰਨੀ ਹੈ, ਉਹ ਕੱਲੀ ਚਕੰਦਰ ਨੂੰ ਰੋਟੀ ਦੇ ਨਾਲ ਚਬਾਵੇ। ਤੁਸੀਂ ਰੋਟੀ ਵੀ ਖਾ ਰਹੇ ਹੋ, ਨਾਲ ਚਕੰਦਰ ਨੂੰ ਵੀ ਚਬਾਉਣਾ ਹੈਗਾ, ਉਹ ਸਮੱਸਿਆ ਉਹਦੀ ਹੱਲ ਹੋ ਜੀ ਕੱਲੀ ਚਕੰਦਰ। ਸੈੱਲ ਫੂਡ ਕਿਉਂ ਕਹਿੰਦੇ ਆ? ਇਹ ਆਲਰੇਡੀ ਪਹਿਲਾਂ ਹੀ ਆਇਨਿਕ ਫਾਰਮ 'ਚ ਹੈ। ਇਹਨੂੰ ਤੁਸੀਂ ਨਵੇਂ ਜੰਮੇ ਬੱਚੇ ਨੂੰ 1 ਬੂੰਦ ਦੇ ਦਿਓ, ਜਿਵੇਂ ਮਾਂ ਦਾ ਦੁੱਧ ਦਿੰਦੇ ਆ ਜਾਂ ਹਣੀ ਦਿੰਦੇ ਆ, ਜਾਂ ਤੁਸੀਂ ਉਹਨੂੰ ਇੱਕ ਡਾਈਟ ਦੀ ਤਰ੍ਹਾਂ ਆਪਣੇ ਖਾਣੇ ਦੇ ਵਿੱਚ ਐਡ ਕਰ ਲਓ। ਇਹਨੇ ਡਾਇਰੈਕਟ ਸੈੱਲ ਦੀ ਮੈਂਬਰਨ ਤੱਕ ਅਪਰੋਚ ਕਰਨੀ ਹੈ। ਜਿਹੜੇ ਮਿਰਗੀ ਦੇ ਰੋਗੀ ਨੇ, ਉਹਨਾਂ ਨੂੰ ਬਕਾਇਦਾ ਅਸੀਂ ਇਹਦੀ ਨੱਕ ਦੀ ਨੋਜ਼ ਥੈਰੇਪੀ ਦਿੰਦੇ ਹਾਂ ਨੱਕ ਦੇ ਵਿੱਚ ਪਾਉਣ ਲਈ। ਜਿਹਨਾਂ ਨੂੰ ਮਾਈਗ੍ਰੇਨ ਆ, ਉਹਨਾਂ ਨੂੰ ਅਸੀਂ ਨੋਜ਼ ਥੈਰੇਪੀ ਦਿੰਦੇ ਹਾਂ ਨੱਕ ਦੇ ਵਿੱਚ ਪਾਉਣ ਲਈ। ਯਾਦਦਾਸ਼ਤ ਸ਼ਕਤੀ ਵੀਕ ਆ, ਆਟਿਜ਼ਮ ਦੇ ਜਿਹੜੇ ਬੱਚੇ ਪੇਸ਼ੈਂਟ ਨੇ ਬਚਪਨ ਤੋਂ, ADHD ਦੇ ਪੇਸ਼ੈਂਟ ਨੇ, ਹਾਈਪਰ ਐਕਟੀਵਿਟੀ ਬਾਡੀ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਉਹਨਾਂ ਦੇ, ਕੰਸਨਟ੍ਰੇਸ਼ਨ ਉਹਨਾਂ ਦੀ ਫੇਲੀਅਰ ਹੈ, ਇੱਕ ਚੀਜ਼ 'ਤੇ ਫੋਕਸ ਨਹੀਂ ਕਰ ਪਾਉਂਦੇ, ਉਹਨਾਂ ਲਈ ਸਭ ਤੋਂ ਬੈਸਟ ਥੈਰੇਪੀ ਹੈ ਨੈਚੁਰਲ ਥੈਰੇਪੀ, ਕੋਈ ਸਾਈਡ ਇਫੈਕਟ ਨਹੀਂ। ਔਰ ਅਗਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਦੇਖੋ ਡਾਕਟਰ ਦੀ ਵਾਰੀ, ਮੇਰੀ ਵਾਰੀ ਉਦੋਂ ਆਉਣੀ ਹੈ ਜਦੋਂ ਤੁਸੀਂ ਅੱਖਾਂ ਬੰਦ ਕੀਤੀਆਂ ਹੋਣਗੀਆਂ। ਵੀਡੀਓ ਬਣਾਉਣ ਦਾ ਮਕਸਦ ਇਹੀ ਹੈ, ਘਰੇ ਬੈਠੇ ਅੱਖਾਂ ਖੋਲ੍ਹ ਲਓ, ਮੇਰੇ ਕੋਲ ਕਦੀ ਨਹੀਂ ਆਓਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ TV ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਹਮੇਸ਼ਾ ਹੀ ਤੁਹਾਡੇ ਲਈ ਅਸੀਂ ਇਨਫੋਰਮੇਸ਼ਨਲ ਵੀਡੀਓਜ਼ ਨੇ ਜਿਹੜੀਆਂ ਉਹ ਬਣਾਉਂਦੇ ਹਾਂ ਤੁਹਾਡੇ ਹੈਲਥ ਨਾਲ ਸੰਬੰਧਿਤ, ਤਾਂ ਕਿ ਜਿਹੜੀਆਂ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਉਸ ਤੋਂ ਅਸੀਂ ਛੁਟਕਾਰਾ ਪਾ ਸਕੀਏ। ਪਰ ਅੱਜ ਤੁਹਾਡੀ ਜਿਹੜੀ ਮੁਲਾਕਾਤ ਹੈ, ਇੱਕ ਬੜੇ ਹੀ ਇੰਟਰਸਟਿੰਗ ਅਸੀਂ ਸ਼ਖਸੀਅਤ ਕਹਿ ਲਈਏ, ਅਸੀਂ ਡਾਕਟਰ ਕਹਿ ਲਈਏ, ਉਹਨਾਂ ਨਾਲ ਕਰਵਾਉਣ ਜਾ ਰਹੇ ਹਾਂ। ਉਹ ਮੈਨੂੰ ਲੱਗਦਾ ਕਿ ਪੰਜਾਬ ਦੇ ਵਾਹਦ ਇੱਕ ਅਜਿਹੇ ਡਾਕਟਰ ਨੇ, ਵਾਹਦ ਇੱਕ ਅਜਿਹੇ ਵੈਦ ਨੇ, ਵਾਹਦ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਦੇ ਕਲੀਨਿਕ ਦੇ ਵਿੱਚ, ਜਿਨ੍ਹਾਂ ਦੇ ਦਵਾਖਾਨੇ ਦੇ ਵਿੱਚ, ਜਿਨ੍ਹਾਂ ਦੇ ਹਸਪਤਾਲ ਦੇ ਵਿੱਚ ਸਕੈਨਾਂ, MRIਆਂ ਜਾਂ ਹੋਰ ਤਰ੍ਹਾਂ ਦੇ ਟੈਸਟ ਸਾਰੇ ਬੈਨ ਨੇ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇਕਰ ਸਕੈਨਾਂ, ਰਿਪੋਰਟਾਂ ਬੈਨ ਨੇ ਤਾਂ ਉਹ ਆਪਣਾ ਜਿਹੜਾ ਟਰੀਟਮੈਂਟ ਹੈ ਕਿਵੇਂ ਕਰਦੇ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗਦਾ? ਇਹੀ ਖਾਸੀਅਤ ਹੈ, ਇਹੋ ਇੱਕ ਖਾਸੀਅਤ ਹੈ ਜਿਹੜੀ ਸਾਨੂੰ ਲੁਧਿਆਣੇ ਤੋਂ
ਮੋਗੇ ਖਿੱਚ ਲਿਆਈ। ਅੱਜ ਤੁਹਾਡੀ ਮੁਲਾਕਾਤ ਬੜੀ ਨਿੱਘੀ ਸ਼ਖਸੀਅਤ ਤੇ ਹੈਲਥ ਦੇ ਫੀਲਡ ਦੇ ਵਿੱਚ ਬੜੇ ਮਾਹਿਰ ਮੰਨੇ ਜਾਂਦੇ ਡਾਕਟਰ ਭੁੱਲਰ ਹੋਰਾਂ ਨਾਲ ਕਰਵਾਉਣ ਜਾ ਰਹੇ ਹਾਂ। ਉਹਨਾਂ ਦੀ ਗੱਲਬਾਤ ਅਸੀਂ ਸ਼ੁਰੂ ਕਰ ਲੈਂਦੇ ਹਾਂ। ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਪਹਿਲੀ ਵਾਰ ਸਾਡੇ ਚੈਨਲ ਦੇ ਉੱਤੇ ਆ ਰਹੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਜੀ, ਹਕੀਕਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਔਰ ਹਕੀਕਤ ਟੀਵੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੋਇਆ, ਤੁਸੀਂ ਜਿਹੜੀ ਚੀਜ਼ ਸਾਨੂੰ ਤੁਹਾਡੇ ਕੋਲ ਖਿੱਚ ਕੇ ਲੈ ਕੇ ਆਈ ਉਹ ਇਹ ਸੀ ਕਿ ਬਹੁਤ ਸਾਰੇ ਪੇਸ਼ੈਂਟ ਨੇ ਸਾਨੂੰ ਕਿਹਾ ਕਿ ਡਾਕਟਰ ਭੁੱਲਰ ਹੋਣਾ ਕੋਲ ਤੁਸੀਂ ਵਿਜ਼ਿਟ ਜ਼ਰੂਰ ਕਰੋ। ਤੇ ਜਦੋਂ ਮੈਂ ਆ ਕੇ ਇੱਥੇ ਦੇਖਿਆ ਤਾਂ ਤੁਸੀਂ ਜਿਹੜੇ ਮਰੀਜ਼ਾਂ ਨੂੰ ਇੱਥੇ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਬੈਠੇ ਸੀ OPD, ਤੁਸੀਂ ਕਹਿ ਰਹੇ ਸੀ ਕਿ ਆਪਣੇ ਘਰ ਨੂੰ ਲੈ ਜਾਓ ਸਕੈਨਾਂ ਸਕੂਨਾਂ ਆਪਣੀਆਂ। ਮੈਂ ਵੇਖਦਾ ਨਹੀਂ, ਕਈ ਤਾਂ ਗੁੱਸੇ ਵੀ ਹੋ ਗਏ। ਦੇਖੋ ਫਾਰੂਕੀ ਜੀ, ਹਰ ਇੱਕ ਜਿਹੜੀ ਡਾਇਗਨੋਸ ਸਿਸਟਮ ਹੈ, ਕਿਉਂਕਿ ਅਸੀਂ ਨੈਚੁਰਲ ਹੈਲਥ ਸਾਇੰਸ ਨੂੰ ਪ੍ਰਮੋਟ ਕਰ ਰਹੇ ਹਾਂ ਔਰ ਨੈਚੁਰਲ ਹੈਲਥ ਸਾਇੰਸ ਦੇ ਵਿੱਚ ਨੇਚਰ ਨੇ ਆਲਰੇਡੀ ਪਹਿਲਾਂ ਹੀ ਬਹੁਤ ਸਾਰੇ ਪ੍ਰਾਵਧਾਨ ਦਿੱਤੇ ਹੋਏ ਨੇ, ਜਿਹਦੇ ਨਾਲ ਅਸੀਂ ਬਾਡੀ ਦੀ ਐਕੂਰੇਸੀ, ਉਹਦੇ ਅੰਦਰ ਚੱਲ ਰਹੇ ਰੋਗ, ਚੱਲ ਰਹੇ ਸਿੰਪਟਮ ਬੜੀ ਐਕੂਰੇਸੀ ਦੇ ਵਿੱਚ ਉਹਨੂੰ ਐਨਾਲਾਈਜ਼ ਕਰ ਸਕਦੇ ਹਾਂ। ਠੀਕ ਆ। ਔਰ ਇਹ ਆਯੁਰਵੇਦਾ ਦਾ, ਇਹ ਨੇਚਰੋਪੈਥੀ ਦਾ ਬਹੁਤ ਹੀ ਪੁਰਾਣਾ ਇੱਕ ਤਰੀਕਾ ਹੈ ਜਿਹਨੂੰ ਆਪਾਂ ਪਲਸ ਡਾਇਗਨੋਸ ਕਹਿ ਦਿੰਦੇ ਹਾਂ। ਤਾਂ ਪਲਸ ਡਾਇਗਨੋਸ ਕਰਦੇ ਹਾਂ। ਫਰਕ ਇਹ ਹੈ ਕਿ ਆਯੁਰਵੇਦਾ ਦੇ ਅੰਦਰ ਵਾਤ ਪਿੱਤ ਕਫ ਦੇ ਉੱਪਰ ਪਲਸ ਡਾਇਗਨੋਸ ਕੀਤੀ ਜਾਂਦੀ ਹੈ, ਲੇਕਿਨ ਕਿਉਂਕਿ ਐਜ਼ ਏ ਇਲੈਕਟ੍ਰੋਹੋਮਪੈਥ ਡਾਕਟਰ ਅਸੀਂ ਇਹਦੇ ਵਿੱਚ ਅਸੀਂ ਵੀ ਪਲਸ ਨੂੰ ਹੀ ਡਾਇਗਨੋਸ ਕਰਦੇ ਹਾਂ, ਲੇਕਿਨ ਅਸੀਂ ਇਹਦੇ ਟੈਂਪਰਾਮੈਂਟ ਬੇਸਡ ਪਲਸ ਡਾਇਗਨੋਸ ਕਰਦੇ ਹਾਂ। ਮਤਲਬ ਅਗਰ ਸਰੀਰ ਦਾ ਅਸੀਂ ਟੈਂਪਰਾਮੈਂਟ ਰੀਡ ਕਰ ਲਈਏ ਤਾਂ ਪਲਸ ਤੋਂ ਬੈਸਟ ਕੋਈ ਸਾਥੀ ਨਹੀਂ ਹੈ ਡਾਕਟਰ ਦਾ, ਜੋ ਉਸ ਸਰੀਰ ਦੇ ਅੰਦਰ ਕਰੰਟ ਟਾਈਮ 'ਤੇ ਮੌਜੂਦਾ ਸਮੇਂ 'ਤੇ ਚੱਲ ਰਹੇ ਆਏ ਹੋਏ ਫਾਲਟ, ਚੱਲ ਰਹੇ ਸਿੰਪਟਮ ਅਤੇ ਗੁਜ਼ਰ ਚੁੱਕੇ ਫਾਲਟ ਅਤੇ ਆਉਣ ਵਾਲੇ ਫਾਲਟ ਨੂੰ ਜਿੰਨੇ ਕੁ ਅੱਛੇ ਤਰੀਕੇ ਨਾਲ ਉਹ ਡਾਕਟਰ ਦੇ ਅੱਗੇ ਪੇਸ਼ ਕਰ ਦਿੰਦੀ ਹੈ ਚੀਜ਼। ਆਈ ਥਿੰਕ ਮਸ਼ੀਨਾਂ ਅਜੇ ਇੰਨੀਆਂ ਆਧੁਨਿਕ ਨਹੀਂ ਹੋਈਆਂ। ਕਿਆ ਬਾਤ ਹੈ, ਬਹੁਤ ਚੰਗੀ ਗੱਲ ਕੀਤੀ। ਪਰ ਇੱਕ ਗੱਲ ਹੋਰ ਮੈਨੂੰ ਸਮਝ ਤੋਂ ਜਿਹੜੀ ਨਹੀਂ ਆ ਰਹੀ, ਉਹ ਇਹ ਹੈ ਕਿ ਜਦੋਂ ਅਸੀਂ ਨਬਜ਼ ਦੀ ਗੱਲ ਕਰਦੇ ਹਾਂ ਨਾ ਜੀ ਡਾਕਟਰ ਸਾਹਿਬ, ਤਾਂ ਨਬਜ਼ ਦੇ ਵਿੱਚ ਸਾਡੇ ਇੱਕ ਨਾ ਜਿਹੜਾ ਮੁਹਾਂਦਰਾ ਜਿਹਾ ਬਣਿਆ ਹੁੰਦਾ ਵੀ ਬੜੀ ਪੁਰਾਣੀ ਜੀ ਕਲੀਨਿਕ ਹੈਗੀ ਹੈ, ਇੱਕ ਵੈਦ ਸਾਹਿਬ ਬੈਠੇ ਨੇ, 5-4 ਬੰਦੇ ਉਹਨਾਂ ਕੋਲ ਨੇ, ਬੜਾ ਉਹਨਾਂ ਨੇ ਪੁਰਾਣੇ ਜਿਹੇ ਨੁਸਖੇ ਰੱਖੇ ਹੋਏ ਨੇ। ਪਰ ਇੱਥੇ ਤਾਂ ਅਪਡੇਟਡ ਹੋ, ਮੈਨੂੰ ਲੱਗਦਾ ਤੁਸੀਂ ਪਹਿਲੇ ਜਿਹੜੇ ਵੈਦ ਜਾਂ ਡਾਕਟਰ ਹੋ ਜਿਹੜੇ ਨਬਜ਼ ਦੇਖ ਕੇ ਤੁਸੀਂ ਰੋਗ ਫੜ ਲੈਂਦੇ ਹੋ। ਸਭ ਤੋਂ ਸਾਨੂੰ ਇੱਕ ਸੌਖੀ ਅਤੇ ਸਧਾਰਨ ਜੀ ਚੀਜ਼ ਸਮਝਣੀ ਪਏਗੀ ਕਿ ਅਸੀਂ ਕੁਦਰਤ ਦੇ ਬਣਾਏ ਹੋਏ ਪ੍ਰੋਡਕਟ ਹਾਂ, ਕਿਸੇ ਇਨਸਾਨ ਦੇ ਬਣਾਏ ਹੋਏ ਪ੍ਰੋਡਕਟ ਨਹੀਂ ਹਾਂ। ਜੇ ਸਾਨੂੰ ਕੁਦਰਤ ਨੇ ਬਣਾਇਆ ਹੈ ਤਾਂ ਇਟ ਮੀਨਸ ਸਾਡੇ 'ਤੇ ਪ੍ਰਿੰਸੀਪਲ ਕਿਹਦਾ ਲਾਗੂ ਹੋਏਗਾ? ਕੁਦਰਤ ਦਾ ਹੀ। ਜਿਹੜਾ ਪ੍ਰਿੰਸੀਪਲ ਸੂਰਜ 'ਤੇ ਲਾਗੂ ਹੁੰਦਾ, ਜਿਹੜਾ ਚੰਦਰਮਾ 'ਤੇ ਲਾਗੂ ਹੁੰਦਾ, ਜਿਹੜਾ ਧਰਤੀ 'ਤੇ ਲਾਗੂ ਹੁੰਦਾ, ਜਿਹੜਾ ਆਸਮਾਨ 'ਤੇ ਲਾਗੂ ਹੁੰਦਾ, ਜਿਹੜਾ ਪਾਣੀ 'ਤੇ ਲਾਗੂ ਹੁੰਦਾ, ਜਿਹੜਾ ਅੱਗ 'ਤੇ ਲਾਗੂ ਹੁੰਦਾ ਹੈ, ਉਹੀ ਪ੍ਰਿੰਸੀਪਲ ਤੁਹਾਡੀ ਬਾਡੀ 'ਤੇ ਵੀ ਲਾਗੂ ਹੁੰਦਾ ਹੈ। ਔਰ ਕਿਵੇਂ ਜੀ? ਨੈਚੁਰਲੀ ਹੈ ਨਾ, ਚਾਹੇ ਸਤਯੁਗ ਸੀ, ਚਾਹੇ ਦੁਆਪਰ ਸੀ, ਚਾਹੇ ਤ੍ਰੇਤਾ ਸੀ, ਚਾਹੇ ਕਲਯੁਗ ਹੈ, ਹਰ ਸਮੇਂ 'ਤੇ ਸੂਰਜ ਜਿਹੜੀ ਦਿਸ਼ਾ 'ਚੋਂ ਉਦੋਂ ਨਿਕਲਦਾ ਸੀ ਉਸੇ ਦਿਸ਼ਾ 'ਚ ਅੱਜ ਨਿਕਲੇਗਾ ਨਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੂਰਜ ਭਾਈ ਸਾਹਿਬ 21ਵੀਂ ਸਦੀ ਚੱਲਦੀ ਪਈ ਹੈ, ਤੂੰ ਫੇਰ ਪੂਰਬ 'ਚੋਂ ਨਿਕਲੀ ਜਾਂਦਾ, ਤੂੰ ਉੱਤਰ 'ਚੋਂ ਨਿਕਲ ਆ, ਤੂੰ ਦੱਖਣ 'ਚੋਂ ਨਿਕਲ ਆ, ਦੂਜਿਆਂ ਨੂੰ ਵੀ ਮੌਕਾ ਦੇ ਦੇ। ਸ਼ਾਇਦ ਕਈਆਂ ਦੇ ਘਰਾਂ ਦੀ ਦਿਸ਼ਾ ਉਸ ਹਿਸਾਬ ਨਾਲ ਤਾਂ ਹੁੰਦੀ ਹੈ ਜਿਨ੍ਹਾਂ ਦੇ ਸਨਲਾਈਟ ਜਾਂਦੀ ਨਹੀਂ, ਤੂੰ ਕਿਸੇ ਦਿਨ ਉੱਤਰ ਵਾਲੇ ਪਾਸੋਂ ਨਿਕਲਾ, ਸਨਲਾਈਟ ਸ਼ਾਇਦ ਉੱਧਰ ਦੀ ਚੱਲ ਜਾਵੇ। ਤਾਂ ਕਹਿਣ ਦਾ ਮਤਲਬ ਹੈਗਾ ਕਿ ਜਿਹੜੀਆਂ ਨੇਚਰ ਨੇ ਬਣਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦਾ ਇੱਕ ਫਿਕਸ ਪ੍ਰਿੰਸੀਪਲ ਹੈ, ਉਹਨਾਂ ਦੇ ਕਿਸੇ ਵੀ ਬਦਲਵੇਂ ਸਦੀ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਉਹਨਾਂ ਨੂੰ ਕਮਾਂਡ ਮਿਲੀ ਹੋਈ ਨੇਚਰ ਵੱਲੋਂ। ਸੇਮ ਸਾਡੀ ਬਾਡੀ ਕਿਸੇ ਫਾਰਮਾਸਿਸਟ ਨੇ ਨਹੀਂ ਬਣਾਈ, ਕਿਸੇ ਸਾਇੰਟਿਸਟ ਨੇ ਨਹੀਂ ਬਣਾਈ, ਕਿਸੇ ਡਾਕਟਰ ਨੇ ਨਹੀਂ ਬਣਾਈ, ਇਹਨੂੰ ਬਣਾਇਆ ਹੈ ਕੁਦਰਤ ਨੇ ਬਣਾਇਆ। ਔਰ ਕੁਦਰਤ ਨੇ ਸਾਨੂੰ ਕੁਦਰਤੀ ਸਾਇੰਸ ਅਤੇ ਕੁਦਰਤੀ ਵਿਗਿਆਨ ਦੇ ਤੌਰ ਤਰੀਕੇ ਦੇ ਨਾਲ ਸਾਨੂੰ ਤਿਆਰ ਕੀਤਾ ਹੈ। ਅਤੇ ਸਾਡੇ 'ਤੇ ਫਿਰ ਜਿਹੜੇ ਪ੍ਰਿੰਸੀਪਲਸ ਨੇ ਉਹ ਵੀ ਸਾਡੇ 'ਤੇ ਕੁਦਰਤ ਦੇ ਹੀ ਲਾਗੂ ਹੁੰਦੇ ਨੇ। ਔਰ ਇਸ ਲਈ ਤੰਦਰੁਸਤ ਰਹਿਣ ਲਈ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਲਾਸਿਸ ਦੇ ਵਿੱਚ, ਸੈਮੀਨਾਰਸ ਦੇ ਵਿੱਚ, ਚੈਨਲਸ ਦੇ ਉੱਪਰ, ਕਿ ਤੰਦਰੁਸਤ ਰਹਿਣ ਲਈ ਕਿਤੇ ਨਹੀਂ ਲਿਖਿਆ ਕਿ ਤੁਹਾਡਾ ਡਾਕਟਰ ਹੋਣਾ ਜ਼ਰੂਰੀ ਹੈ। ਤੰਦਰੁਸਤ ਰਹਿਣ ਲਈ ਤੁਹਾਡਾ ਕੁਦਰਤੀ ਨਿਯਮਾਂ ਦਾ ਤੁਹਾਨੂੰ ਗਿਆਨ ਹੋਣਾ ਜ਼ਰੂਰੀ ਹੈ। ਨੈਚੁਰਲ ਬਣੇ ਇਸ ਪ੍ਰੋਡਕਟ ਨੂੰ ਨੇਚਰ ਦੇ ਸਿਧਾਂਤ ਦੇ ਮੁਤਾਬਕ ਹੀ ਆਪਣੇ ਟ੍ਰੀਟਮੈਂਟ ਨੂੰ ਕਰਵਾਉਣਾ ਚਾਹੀਦਾ ਹੈ। ਔਰ ਇਹੀ ਰੀਜ਼ਨ ਹੈ, ਚਾਹੇ ਅੱਜ ਤੋਂ 3500 ਸਾਲ ਪਿੱਛੇ ਚਲੇ ਜਾਓ, ਚਾਹੇ ਅੱਜ ਤੋਂ 7000 ਪਿੱਛੇ ਚਲੇ ਜਾਓ, ਅਤੇ ਚਾਹੇ ਅੱਜ 21ਵੀਂ ਸਦੀ 'ਚ ਖੜ੍ਹੇ ਹੋ ਜਾਓ, ਬਾਡੀ ਉਦੋਂ ਵੀ ਉਸੇ ਤਰੀਕੇ ਨਾਲ ਰਿਐਕਟ ਕਰਦੀ ਸੀ, ਅੱਜ ਵੀ ਉਸੇ ਤਰੀਕੇ ਨਾਲ ਰਿਐਕਟ ਕਰ ਰਹੀ ਹੈ। ਬਾਡੀ ਉਦੋਂ ਵੀ ਗਲਤ ਖਾਣ ਪਾਣ ਨਾਲ ਬਿਮਾਰ ਹੁੰਦੀ ਸੀ, ਅੱਜ ਵੀ ਗਲਤ ਖਾਣ ਪਾਣ ਨਾਲ ਬਿਮਾਰ ਹੁੰਦੀ ਹੈ। ਅੱਜ ਕਿਵੇਂ ਗਲਤ ਖਾਣ ਪਾਣ ਕਿਵੇਂ ਹੋ ਗਿਆ ਜੀ? ਅਜੋਕੇ ਵੇਲੇ ਤੇ
ਸਾਨੂੰ ਬੜੇ ਸਵਾਦਿਸ਼ਟ ਭੋਜਨ ਨੇ, ਵਿਅੰਜਨ ਨੇ ਮਿਲਦੇ ਨੇ। ਕੁਲਚੇ ਛੋਲੇ ਨੇ, ਗੋਲ ਗੱਪੇ ਨੇ, ਦਹੀਂ ਭੱਲੇ ਨੇ, ਛੋਲੇ ਭਟੂਰੇ ਨੇ, ਜਿਹੜੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ। ਰਹਿੰਦੀ ਖੁੰਦੀ ਕਸਰ ਹੈ ਜਿਹੜੀ ਅਸੀਂ ਫਾਸਟ ਫੂਡ 'ਤੇ ਆ ਜਾਈਏ, ਹੋਰ ਜਿਹੜੇ ਨੇ ਚਾਈਨੀਜ਼ ਫੂਡ ਹੈਗੇ ਨੇ। ਅਤੇ ਇਹੀ ਤਾਂ ਸਹੀ ਭੋਜਨ ਹੈ ਜੀ, ਹੋਰ ਕੀ ਅਸੀਂ ਬਾਜ਼ਾਰਾਂ 'ਚ ਮਾਰਕੀਟਾਂ 'ਚ ਥਾਂ ਨਹੀਂ ਮਿਲਦੀ, ਲੋਕ ਲੜਾਈਆਂ ਕਰਦੇ ਨੇ। ਬਿਲਕੁਲ ਉਹ ਸਹੀ ਭੋਜਨ ਹੈ, ਲੇਕਿਨ ਉਹਦੇ ਲਈ ਜੋ ਉਸ ਭੋਜਨ ਦੇ ਲਈ ਤੜਪ ਰਿਹਾ, ਬੋਡੀ ਲਈ ਨਹੀਂ। ਉਹ ਜੇ ਉਸ ਭੋਜਨ ਵੱਲ ਮੂਵ ਕਰ ਰਿਹਾ ਤਾਂ ਉਹ ਜ਼ੁਬਾਨ ਦੇ ਇੱਕ ਸਵਾਦ ਲਈ ਕਰ ਰਿਹਾ, ਪਰ ਉਹਦੇ ਅੰਦਰ ਤੇ ਕਰੋੜਾਂ ਜ਼ੁਬਾਨਾਂ ਲੱਗੀਆਂ ਹੋਈਆਂ ਨੇ, ਜਿਹੜੇ ਛੋਟੇ ਛੋਟੇ ਰੋਮ ਨੇ, ਕਰੋੜਾਂ ਸੈਲਜ਼ ਨੇ, ਉਹਨਾਂ ਦੀ ਖੁਰਾਕ ਉਹ ਨਹੀਂ ਨਾ ਹੈਗੀ। ਕਿ ਉਹਨਾਂ ਨੂੰ ਦਬਾ ਕੇ ਉਹ ਆਪਣੇ ਇੱਕ ਸਵਾਦ ਦੀ ਪੂਰਤੀ ਦੇ ਲਈ ਉਹਨਾਂ ਵੱਲ ਮੂਵ ਕਰਦਾ। ਅੱਛਾ, ਜੇ ਉਹ ਉਹਨਾਂ ਸੈੱਲਾਂ ਦੀ ਖੁਰਾਕ ਹੁੰਦੀ ਤਾਂ ਉਹ ਖਾਣ ਤੋਂ ਬਾਅਦ ਉਹ ਬਿਮਾਰ ਨਾ ਹੁੰਦਾ। ਨੇਚਰ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਸਰ ਭਟੂਰੇ ਨਾ ਖਾਓ, ਕਿਤੇ ਨਹੀਂ ਕਿਹਾ ਤੁਸੀਂ ਗੋਲ ਗੱਪੇ ਨਾ ਖਾਓ, ਕਿਤੇ ਨਹੀਂ ਕਿਹਾ ਕਿ ਤੁਸੀਂ ਸਮੋਸਾ ਨਾ ਖਾਓ, ਦਹੀਂ ਭੱਲਾ ਨਾ ਖਾਓ। ਸਿਰਫ ਉਹਨੇ ਇੱਕੋ ਗੱਲ ਕਹੀ ਹੈ ਕਿ ਇਹਦਾ ਇੱਕ ਕੰਬੀਨੇਸ਼ਨ ਹੈ, ਇਹਨੂੰ ਕੰਬੀਨੇਸ਼ਨ 'ਚ ਖਾਓ। ਇਹਦਾ ਇੱਕ ਮਾਪਦੰਡ ਹੈ, ਮਾਪਦੰਡ 'ਚ ਖਾਓ। ਮਤਲਬ ਹਰ 14 ਦਿਨ ਤੋਂ ਬਾਅਦ ਇੱਕ ਚੀਟ ਡੇ ਆਉਂਦਾ। ਉਹ ਕੀ ਹੁੰਦਾ ਜੀ? ਚੀਟ ਡੇ ਦਾ ਮਤਲਬ ਜਿਹੜੇ ਪਕਵਾਨਾਂ ਦੀ ਤੁਸੀਂ ਜ਼ਿਕਰ ਕੀਤਾ ਹੈ, ਉਹਨਾਂ ਪਕਵਾਨਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਪਰ ਸ਼ਰਤ ਇੱਕੋ ਹੀ, 14 ਦਿਨ ਤੁਸੀਂ ਐਲਕਲਾਈਨ ਫੂਡ ਦੇ ਨਾਲ ਗੁਜ਼ਾਰੇ ਹੋਣੇ ਚਾਹੀਦੇ ਆ। 15ਵਾਂ ਦਿਨ ਕਰ ਲਓ ਇੰਜੋਏ, ਜੋ ਖਾਣਾ ਖਾ ਲਓ। ਯੈਸ। ਤੁਹਾਡਾ ਫੀਲਡ ਇਲੈਕਟ੍ਰੋ ਹੋਮਿਓਪੈਥੀ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਹੋਮਿਓਪੈਥੀ ਅਤੇ ਇਲੈਕਟ੍ਰੋ ਹੋਮਿਓਪੈਥੀ ਨੂੰ ਸਕੀਆਂ ਭੈਣਾਂ ਸਮਝ ਰਹੇ ਨੇ, ਇਸ ਤਰ੍ਹਾਂ ਦੀ ਗੱਲ ਹੈ ਕੋਈ? ਨਹੀਂ, ਐਕਚੁਅਲ ਦੇ ਵਿੱਚ ਇਲੈਕਟ੍ਰੋਪੈਥੀ ਔਰ ਹੋਮਿਓਪੈਥੀ ਦੇ ਜੇ ਮੈਂ ਡਾਇਗਨੋਜ਼, ਅਗਰ ਇਹਦੇ ਟ੍ਰੀਟਮੈਂਟ ਔਰ ਇਹਦੀ ਮੈਡੀਸਨਸ ਦੀ ਗੱਲ ਕਰਾਂ ਤਾਂ ਇਹਦਾ ਦੂਰ ਦੂਰ ਦੇ ਤੱਕ ਆਪਸ 'ਚ ਕੋਈ ਰਿਸ਼ਤਾ ਬਹੁਤਾ ਨਹੀਂ ਹੈ। ਇੱਕੋ ਹੀ ਰੀਜ਼ਨ ਹੈ, ਜਿਹੜੇ ਇਹਦੇ ਫਾਊਂਡਰ ਰਹੇ ਨੇ ਕਾਊਂਟ ਸੀਜ਼ਰ ਮੈਟੀ, ਉਹਨਾਂ ਨੇ ਕੁਛ ਪਲਾਂਟਸ ਇਹਦੇ ਵਿੱਚ ਉਹ ਯੂਜ਼ ਕੀਤੇ ਨੇ ਜਿਹੜੇ ਹੋਮਿਓਪੈਥੀ 'ਚ ਵੀ ਯੂਜ਼ ਹੁੰਦੇ ਨੇ ਔਰ ਇਲੈਕਟ੍ਰੋਪੈਥੀ 'ਚ ਵੀ ਯੂਜ਼ ਹੁੰਦੇ ਨੇ। ਲੇਕਿਨ ਮੈਂ ਅਗਰ ਇਹਨਾਂ ਦਾ ਫਾਰਮਾਕੋਪੀਆ ਦੀ ਗੱਲ ਕਰਾਂ, ਉਹ 'ਚ ਬਹੁਤ ਫਰਕ ਹੈ, ਬਹੁਤ ਅੰਤਰ ਹੈ। ਹੁਣ ਹੋਮਿਓਪੈਥੀ ਦਾ ਬੇਸ ਅਲਕੋਹਲ ਹੈ, ਇਹ 100% ਪਲਾਂਟਸ ਓਰੀਐਂਟਡ ਹੈ। ਦੁਨੀਆ ਦੀ ਇਕੱਲੀ ਪੈਥੀ ਜਿਹੜੀ 100% ਵੈਜੀਟੇਰੀਅਨ 'ਚ ਆਉਂਦੀ ਆ, ਠੀਕ, ਇਕੱਲੀ ਪੈਥੀ ਔਰ ਪਲਾਂਟਸ ਓਰੀਐਂਟਡ। ਤੀਸਰੀ ਇਹਦੇ 'ਚ ਖੂਬੀ ਹੈ, ਜਿੰਦਾ ਪਲਾਂਟਸ ਤੋਂ ਸਾਰੀਆਂ ਮੈਡੀਸਿਨਸ ਤਿਆਰ ਕੀਤੀਆਂ ਜਾਂਦੀਆਂ ਨੇ। ਔਰ ਇਹਦਾ ਮੈਥਡ ਕੀ ਹੈ, ਮੈਂ ਟੈਕਨੀਕਲ ਵਰਜ਼ਨ 'ਚ ਨਹੀਂ ਸਮਝਾਊਂਗਾ, ਸਿੰਪਲ ਕਰਕੇ ਸਮਝਾਊਂਗਾ, ਦਰਸ਼ਕਾਂ ਨੂੰ ਸਮਝ ਆਏਗਾ। ਇਹਦਾ ਮੈਥਡ ਇਹ ਹੈਗਾ ਕਿ ਜਿੰਦਾ ਪਲਾਂਟਸ ਨੂੰ 4 ਤੋਂ 6 ਘੰਟੇ 'ਚ ਲਿਆ, ਉਹਨੂੰ ਪੂਰਾ ਯੂਜ਼ ਕੀਤਾ। ਯੂਜ਼ ਕਰਨ ਤੋਂ ਬਾਅਦ ਉਹਨੂੰ ਵਾਟਰ ਫਾਰਮ ਦੇ ਵਿੱਚ ਇੱਕ ਬੋਟਲ 'ਚ ਭਰ ਦਿੱਤਾ। ਹੁਣ ਬੋਟਲ 'ਚ ਭਰਿਆ ਹੋਇਆ ਉਹ ਪਾਣੀ ਵਾਟਰ ਕਲਰ ਦੇ ਵਿੱਚ ਹੈ, ਉਹ ਇਹਦੇ ਫਾਰਮਾਕੋਪੀ ਦਾ ਇੱਕ ਪ੍ਰੋਸੈਸ ਆ, ਉਹਦੇ 'ਤੇ ਕਿਸੇ ਦਿਨ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਕਿ ਉਹ ਪਾਣੀ ਦੇ ਰੰਗ 'ਚ ਕਿਵੇਂ ਆ ਜਾਂਦਾ ਹੈ। ਲੇਕਿਨ ਉਹ ਜਿੰਦਾ ਪਲਾਂਟ 'ਚੋਂ ਲਿਆ ਹੋਇਆ ਉਹ ਪ੍ਰਾਣ ਸ਼ਕਤੀ, ਜਿਹਨੂੰ ਅਸੀਂ ਸਿੰਪਲ ਭਾਸ਼ਾ 'ਚ ਕਹਾਂਗੇ, ਫਾਰਮੇਸੀ ਦੇ ਵਿੱਚ ਇਹਨੂੰ ਵਾਈਟਲ ਫੋਰਸ ਬੋਲ ਦਿੰਦੇ ਨੇ। ਲੇਕਿਨ ਉਹ ਪ੍ਰਾਣ ਸ਼ਕਤੀ ਉਸ ਪਲਾਂਟ 'ਚੋਂ ਲਈ, ਬੋਟਲ 'ਚ ਪੈਕ ਕਰ ਦਿੱਤੀ। ਤੁਹਾਡੇ ਸਰੀਰ ਦੇ ਜਿਸ ਅੰਗ ਦੀ ਪ੍ਰਾਣ ਸ਼ਕਤੀ ਘੱਟ ਹੈ, ਉਹਦੇ ਮੁਤਾਬਕ ਉਹਦੀ ਡੋਜ਼ ਦੇ ਦਿੱਤੀ। ਯੈਸ। ਤਾਂ ਜਿਹੜੀ ਨੇਚਰ ਨੇ ਪ੍ਰਾਣ ਸ਼ਕਤੀ ਉਸ ਪਲਾਂਟ 'ਚ ਪਾਈ ਹੋਈ ਸੀ, ਹੁਣ ਨੇਚਰ ਨੇ ਪਲਾਂਟਸ ਕਿਉਂ ਦਿੱਤੇ ਹੋਏ ਆ? ਇਨਸਾਨ ਨੂੰ ਜਿੰਦਾ ਰੱਖਣ ਲਈ। ਉਹਦੇ ਲਈ ਉਹਨੇ ਪ੍ਰਾਵਧਾਨ ਦੇ ਦਿੱਤਾ। ਅਸੀਂ ਆਪਦੀ ਬੁੱਧੀ ਨਾਲ ਉਹਦੀ ਖੋਜ ਕੀਤੀ, ਉਹਨੂੰ ਲੱਭਿਆ, ਉਸ ਤੋਂ ਬਾਅਦ ਬੋਟਲ 'ਚ ਪੈਕ ਕੀਤਾ। ਜਿਸ ਵੀ ਪੇਸ਼ੈਂਟ ਦੇ ਅੰਦਰ ਜਿਹੜੇ ਵੀ ਅੰਗ ਦੀ ਪ੍ਰਾਣ ਸ਼ਕਤੀ ਦੇ ਵਿੱਚ ਕਮੀ, ਕਮਜ਼ੋਰੀ ਜਾਂ ਡੈਮੇਜ ਟਿਸ਼ੂ ਜਾਂ ਸੈੱਲ ਦਾ ਹੋ ਚੁੱਕਿਆ, ਉਹਦੇ ਮੁਤਾਬਕ ਉਹਦੀ ਪ੍ਰਾਣ ਸ਼ਕਤੀ ਪਲਾਂਟ 'ਚੋਂ ਕੱਢ ਕੇ ਉਹਦੀ ਬੋਡੀ 'ਚ ਟ੍ਰਾਂਸਫਰ ਕਰ ਦਿੱਤੀ। ਕੀ ਬਾਤ ਹੈ। ਅੱਛਾ, ਇੱਕ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਜੋਕੇ ਵੇਲੇ ਖਾਣ ਦਾ ਤਰੀਕਾ ਭੁੱਲ ਗਏ ਹਾਂ ਜੀ, ਅਤੇ ਫਿਰ ਖਾਣ ਦਾ ਸਹੀ ਤਰੀਕਾ ਕੀ ਹੈ? ਔਰ ਮੇਰਾ ਅਗਲਾ ਸਵਾਲ ਇਹ ਵੀ ਹੈ ਕਿ ਜੇਕਰ ਅਸੀਂ ਸਹੀ ਖਾਈਏ ਪੀਏ, ਸਾਡੀ ਉਮਰ ਕਿੰਨੀ ਹੋਏਗੀ? ਬਿਮਾਰੀਆਂ ਲੱਗਣਗੀਆਂ ਸਾਨੂੰ? ਅਗਰ ਆਪਾਂ ਇਹ ਗੱਲ ਕਹੀਏ ਸਿੰਗਲ ਆਈਡੀਓਲੋਜੀ ਦੇ ਉੱਪਰ ਕਿ ਫਾਰੂਕੀ ਜੀ ਤੁਸੀਂ ਆਰਗੈਨਿਕ ਖਾਓ, ਨੈਚੁਰਲ ਖਾਓ, ਆਰਗੈਨਿਕ ਖਾਓ, ਨੈਚੁਰਲ ਖਾਓ ਅਤੇ 100 ਸਾਲ ਜੀਓ ਜਾਂ 100 ਸਾਲ ਜਾਓ, ਉਹਦੀ ਪੋਸੀਬਿਲਿਟੀ ਘੱਟ ਜਾਂਦੀ ਆ। ਰੀਜ਼ਨ, ਖਾਣੇ ਦੀ ਜਿਹੜੀ ਕੰਜ਼ਪਸ਼ਨ ਹੈ ਫੁੱਲ ਡੇ ਦੀ, ਸਾਡੀ 2 ਤੋਂ 2.5 ਕਿਲੋ ਹੈ। 3 ਵਾਰੀ ਅਸੀਂ ਉਹਨੂੰ ਖਾਂਦੇ ਹਾਂ। ਲੇਕਿਨ ਬੋਡੀ ਖਾਣੇ ਤੋਂ ਇਲਾਵਾ ਹੋਰ ਵੀ ਇੱਕ ਚੀਜ਼ ਲੈਂਦੀ ਹੈ। ਓਕੇ ਜੀ। ਹਵਾ। 11,000 ਲੀਟਰ ਰੋਜ਼ ਆਦਾਨ ਪ੍ਰਦਾਨ ਹੁੰਦਾ ਬੋਡੀ ਦੇ ਵਿੱਚ। ਔਰ ਜਿਹੜਾ 24 ਘੰਟੇ ਤੁਹਾਡੇ ਜਾਗਦੇ ਵੀ ਅਤੇ ਤੁਹਾਡੇ ਸੁੱਤੇ ਪਿਆ ਵੀ ਬੋਡੀ ਉਹਨੂੰ ਖਾਂਦੀ ਹੈ। ਜਿੰਨਾ ਟਾਈਮ ਉਹਨੂੰ ਵੀ ਨਾਲ ਤੁਸੀਂ ਇਸ ਕੰਬੀਨੇਸ਼ਨ 'ਚ ਐਡ ਨਹੀਂ ਕਰਦੇ, 100 ਸਾਲ ਦੀ ਲਾਈਫ ਤੱਕ ਬੋਡੀ ਨੂੰ ਜਾਣਾ ਬੜਾ ਹੀ ਸਰਵਾਈਵਲ ਹੈ। ਠੀਕ, ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਲੋਕ ਖਾਣ ਦਾ ਤਰੀਕਾ ਸਿੱਖ ਜਾਣਗੇ, ਡੈਮੇਜ ਘੱਟ ਜਾਣਗੇ, ਉਹਨਾਂ ਦੇ ਡੈਮੇਜ ਘੱਟ ਜਾਣਗੇ, ਉਹਨਾਂ ਦੇ ਸਰੀਰ ਦੇ ਅੰਗ ਨੇ ਜਿਹੜੇ
ਉਹਨਾਂ ਦੀ ਵਾਰ-ਵਾਰ ਬਿਮਾਰ ਹੋਣ ਦੇ ਜਿਹੜੀ ਸਾਈਕਲ ਘੁੰਮਦਾ ਹੈ ਉਹ ਸਲੋ ਹੋ ਜਾਏਗਾ। ਤੂੰ ਆਪਣੇ ਘਰ ਦੀਆਂ ਕੰਧਾਂ ਨੂੰ ਬਰੀਦੇਬਲ ਬਣਾ ਲਾ। ਰॉ ਮਟੀਰੀਅਲ ਨੇਚਰ ਨੂੰ ਦਿੱਤਾ ਹੋਇਆ ਮਿੱਟੀ ਦੇ ਰੂਪ ਦੇ ਵਿੱਚ, ਜਿਹਦੀ ਅਸੀਂ ਆਲਰੇਡੀ ਟ੍ਰੇਨਿੰਗ ਵੀ ਦਿੰਦੇ ਹਾਂ, ਔਰ ਅਸੀਂ ਇਹਦੇ ਉੱਤੇ ਬਕਾਇਦਾ ਆਪਦੇ ਕੈਂਪ ਤਿਆਰ ਕੀਤੇ ਨੇ ਹੁਣ, ਜਿਹੜੇ ਜਲਦੀ ਹੀ ਆਪਾਂ ਕੈਮਰੇ 'ਤੇ ਵੀ ਲੈ ਕੇ ਆਵਾਂਗੇ। ਤਾਂ ਉਹਦੇ ਵਿੱਚ ਪ੍ਰਾਵਧਾਨ ਹੀ ਮੇਨ ਇਹ ਹੈ ਕਿ ਕੰਧਾਂ ਅਗਰ ਸਾਹ ਲੈਣ ਵਾਲੀਆਂ ਤਿਆਰ ਕਰ ਲੋਗੇ ਤਾਂ ਜਿਹੜਾ ਹਵਾ 'ਚ ਕੈਮੀਕਲ ਪਾਰਟੀਕਲਸ ਤੁਹਾਡੇ ਲੰਗਸ ਨੇ ਐਬਜ਼ੌਰਬ ਕਰਨਾ ਹੈ, ਤੁਹਾਡੇ ਫੇਫੜਿਆਂ ਨੇ ਖਾਣਾ ਹੈ, ਉਹਦੇ 'ਤੇ ਲੋਡ ਵਧਣਾ ਹੈ, ਉਹ ਤੁਹਾਡੀਆਂ ਕੰਧਾਂ 'ਤੇ ਲੋਡ ਆ ਜਾਣਾ। ਤੁਹਾਡੇ ਲੰਗਸ ਨੇ ਉਹ ਉਹਦੇ ਤੋਂ ਫਰੀ ਹੋ ਜਾਣਗੇ, ਮਤਲਬ ਫਿਲਟਰ ਹੋ ਕੇ ਹਵਾ ਤੁਹਾਡੇ ਲੰਗਸ ਤੱਕ ਆਏਗੀ। ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਘਰ ਵੀ ਅਸੀਂ ਦਿਖਾਈਏ, ਪਰ ਹਮੇਸ਼ਾ ਹੀ ਤੁਸੀਂ ਜਦੋਂ ਤੋਂ ਮੈਂ ਬੈਠਾ ਤੁਸੀਂ ਕਿਹਾ ਕਿ ਇਹ ਪਲੇਟ ਨੰਬਰ 1 ਹੈ ਤੇ ਇਹ ਜਿਹੜੀ ਹੈ ਇਹ ਪਲੇਟ ਨੰਬਰ 2 ਹੈ। ਡਾਕਟਰ ਭੁੱਲਰ ਦਾ ਕਹਿਣਾ ਹੈ ਕਿ ਪਲੇਟ ਨੰਬਰ 1 ਤੇ ਪਲੇਟ ਨੰਬਰ 2 ਤੋਂ ਬਾਅਦ ਜੇਕਰ ਅਸੀਂ ਆਪਣੇ ਭੋਜਨ ਦੀ ਪਲੇਟ ਨੰਬਰ 3 ਨੂੰ ਠੀਕ ਕਰ ਲਈਏ ਤਾਂ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਬਦਲ ਸਕਦੀ ਹੈ। ਲਗਭਗ ਜਿਹੜੀਆਂ ਹੁਣ ਆਮ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਤੋਂ ਅਸੀਂ ਆਪਣਾ ਖਹਿੜਾ ਛੁਡਵਾ ਸਕਦੇ ਹਾਂ। ਤੁਹਾਡਾ ਇਹ ਦਾਅਵਾ ਹੈ ਕਿ ਜਿਹੜਾ ਖਾਣੇ ਤੋਂ ਪਹਿਲਾਂ ਪਲੇਟ ਨੰਬਰ 1 ਤੇ ਪਲੇਟ ਨੰਬਰ 2 ਆਪਣੇ ਭੋਜਨ ਦਾ ਹਿੱਸਾ ਬਣਾ ਲੇਗਾ, ਉਹਨੂੰ ਬਿਮਾਰੀਆਂ ਉਹਨੂੰ ਤਾਂ ਕੀ ਉਹਨਾਂ ਦੇ ਗੁਆਂਢ 'ਚ ਵੀ ਕਿਸੇ ਨੂੰ ਕੋਈ ਬੁਖਾਰ ਨਹੀਂ ਚੜ੍ਹੇਗਾ ਕਦੇ। ਜੀ ਬਿਲਕੁਲ ਸੱਚ ਕਿਹਾ। ਇਹਦੇ ਪਿੱਛੇ ਨਾ ਇੱਕ ਸਾਡੀ ਵੀਕ ਤੇ ਕਮਜ਼ੋਰ ਤੇ ਬਿਮਾਰ ਮਾਨਸਿਕਤਾ ਹੈ। ਜੀ ਪੁੱਛੋ ਕਿਹੜੀ? ਜੀ ਕਿਹੜੀ? ਉਹ ਇਹ ਹੈ ਕਿ ਅਸੀਂ 5000 ਦੀ ਦਵਾਈ ਲੈਣੀ ਪਸੰਦ ਕਰਦੇ ਹਾਂ, ਅਸੀਂ 5000 ਦੇ ਸਿਰਫ ਤੇ ਸਿਰਫ ਟੈਸਟ ਕਰਵਾਉਣੇ ਪਸੰਦ ਕਰਦੇ ਹਾਂ, ਲੇਕਿਨ ਜਦੋਂ ਫਰੂਟਸ ਜਾਂ ਵੈਜੀਟੇਬਲ ਖਰੀਦਣ ਦੀ ਵਾਰੀ ਆਉਂਦੀ ਹੈ ਉਦੋਂ ਅਸੀਂ ਖੜੇ ਪਤਾ ਕੀ ਬਹੁਤ ਮਹਿੰਗੇ ਹੈ, ਬਹੁਤ ਮਹਿੰਗੇ ਆ। ਬਟ ਸਰ ਸਾਡੇ ਸਰੀਰ ਨੂੰ ਮੈਡੀਸਨ ਚਾਹੀਦੀ ਹੈ, ਰੋਜ਼ ਚਾਹੀਦੀ ਹੈ, ਲੇਕਿਨ ਕੈਪਸੂਲ ਦੇ ਰੂਪ 'ਚ ਨਹੀਂ, ਗੋਲੀ ਦੇ ਰੂਪ 'ਚ ਨਹੀਂ, ਇੰਜੈਕਸ਼ਨ ਦੇ ਰੂਪ 'ਚ ਨਹੀਂ, ਵੈਜੀਟੇਬਲਸ ਔਰ ਫਰੂਟਸ ਦੇ ਰੂਪ 'ਚ। ਸਿਰਫ ਅਸੀਂ ਇੰਨਾ ਕੁ ਗਿਆਨ ਆਪਣੇ ਅੰਦਰ ਐਡ ਰੱਖਣਾ ਹੈ ਕਿ ਮੇਰੀ ਬੋਡੀ ਦੇ ਟੈਂਪਰਾਮੈਂਟ ਦੇ ਹਿਸਾਬ ਨਾਲ ਮੈਨੂੰ ਕਿਹੜੇ ਫਰੂਟ ਦੀ ਮਾਤਰਾ ਕਿੰਨੀ ਚਾਹੀਦੀ। ਐਪਲ ਨੂੰ ਪ੍ਰਮੋਟ ਕੀਤਾ ਗਿਆ ਔਰ ਐਪਲ ਨੂੰ ਬੋਲਿਆ ਗਿਆ ਇਹ ਐਪਲ ਇਨ ਅ ਡੇ ਕੀਪਸ ਦਾ ਡਾਕਟਰ ਅਵੇ। ਅਗਰ ਤੁਸੀਂ ਇਮਾਨਦਾਰੀ ਨਾਲ ਐਨਾਲਾਈਜ਼ ਕਰੋ, ਠੀਕ ਹੈ ਐਪਲ ਦੇ ਵਿੱਚ ਵਿਟਾਮਿਨ ਏ ਹੈ, ਐਪਲ ਦੇ ਵਿੱਚ ਐਪਲ ਐਂਟੀਆਕਸੀਡੈਂਟ ਹੈ, ਐਪਲ ਨੂੰ ਆਪਾਂ ਮਲਟੀ ਵਿਟਾਮਿਨਸ ਕਹਿ ਸਕਦੇ ਹਾਂ। ਐਪਲ ਨਾਲੋਂ 7.5 ਗੁਣਾ ਜ਼ਿਆਦਾ ਗੁਣ ਅਮਰੂਦ 'ਚ ਹੈ। ਉਹ ਕਿਉਂ ਨਹੀਂ ਕਿਹਾ ਕਿਸੇ ਨੇ ਇਹ ਅਮਰੂਦ ਇਨ ਅ ਡੇ ਕੀਪ ਦਾ ਡਾਕਟਰ ਅਵੇ। ਕੀ ਬਾਤ ਹੈ, ਇਸ ਤਰ੍ਹਾਂ ਵੀ ਹੈ ਜੀ। ਯੈਸ, ਸਿਰਫ ਇੱਕੋ ਹੀ ਕਿ ਅਮਰੂਦ ਆਮ ਘਰ ਦੇ ਵਿਹੜੇ ਦਾ ਫਲ ਹੈ। ਮੈਂ ਉਹਨਾਂ ਲੋਕਾਂ ਨੂੰ ਵੀ ਮੁਬਾਰਕਬਾਦ ਦਊਂਗਾ ਜਿਨ੍ਹਾਂ ਨੇ ਨੇਚਰ ਦੇ ਇਸ ਇੱਕ ਪ੍ਰਿੰਸੀਪਲ ਦਾ ਫਾਇਦਾ ਲਿਆ। ਉਹ ਪ੍ਰਿੰਸੀਪਲ ਕਿਹੜਾ? ਨੈਚੁਰਲ ਸਾਇੰਸ ਦਾ ਇੱਕ ਸਭ ਤੋਂ ਸਟਰੋਂਗ ਪ੍ਰਿੰਸੀਪਲ ਇਹ ਹੈਗਾ ਕਿ ਤੁਸੀਂ ਜਿਹੜੀ ਵੀ ਉਮਰ 'ਚ ਸਰੀਰ ਦੇ ਜਿੰਨੇ ਵੀ ਡੈਮੇਜ ਤੋਂ ਬਾਅਦ ਵੀ ਕੁਦਰਤੀ ਇਲਾਜ ਵੱਲ ਵਾਪਸ ਆ ਜਾਓ, ਨੇਚਰ ਕਦੀ ਵੀ ਤੁਹਾਨੂੰ ਨੋ ਨਹੀਂ ਬੋਲੇਗੀ, ਉਹ ਯੈਸ ਬੋਲੇਗੀ। ਤੂੰ ਆਇਆ, ਤੇਰਾ ਸਵਾਗਤ ਹੈ, ਤੂੰ ਸ਼ੁਰੂ ਤੇ ਕਰ, ਜਿੰਨਾ ਬਚਿਆ ਹੈ ਇਹਨੂੰ ਡੈਮੇਜ ਨਹੀਂ ਹੋਣ ਦਊਂਗੀ, ਜਿੰਨਾ ਕਰ ਆਇਆ ਕੋਈ ਗੱਲ ਨਹੀਂ। ਕੈਟਿੰਗ ਇਹ ਸੁਭਾਅ ਹੈ, ਉਹ ਮਾਂ ਵਾਲਾ ਸੁਭਾਅ ਹੈ ਨੇਚਰ ਦਾ, ਠੀਕ ਹੈ। ਤੇ ਉਹ ਮਾਂ ਵਾਂਗੂ ਹੀ ਉਹ ਸਰੀਰ ਨੂੰ ਸੰਭਾਲਦੀ ਹੈ ਬਾਅਦ ਵਿੱਚ। ਸੋ ਜਿੰਨੇ ਵੀ ਤੇ ਫਿਰ ਇਹ 2 ਪਲੇਟਾਂ, ਆਪਾਂ 2 ਪਲੇਟਾਂ ਦੀ ਗੱਲ ਕਰਦੇ ਹਾਂ, ਤੇ ਫਿਰ ਇਹ 2 ਪਲੇਟਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ, ਇਹਨੂੰ ਕਿਵੇਂ ਅਸੀਂ ਭੋਜਨ ਦਾ ਹਿੱਸਾ ਬਣਾਈਏ, ਕਿਵੇਂ ਖਾਈਏ, ਕਿਵੇਂ ਅਸੀਂ ਲੋਕਾਂ ਤੱਕ ਇਹ ਚੀਜ਼, ਇਹ ਮੈਸੇਜ ਪਹੁੰਚਦਾ ਕਰੀਏ, ਜਿਹੜਾ ਤੁਹਾਡਾ ਮੈਸੇਜ ਤੁਸੀਂ ਖਾਸ ਤੌਰ ਤੇ ਇਸ ਵੀਡੀਓ ਦੇ ਜ਼ਰੀਏ ਦੇਣਾ ਚਾਹੁੰਦੇ ਹੋ, ਢੰਗ ਕੀ ਹੈਗਾ, ਫਿਰ ਖਾਣਾ ਅਸੀਂ ਕੀ ਖਾਈਏ? ਤੁਸੀਂ ਨਿਊਡਲਸ ਨੂੰ ਵੈਸੇ ਹੀ ਪੇਟ ਦੇ ਵਿੱਚ ਹਜਮ ਹੋਣ ਲਈ ਔਰ ਫਲਸ਼ ਆਊਟ ਹੋਣ ਲਈ 15 ਦਿਨ ਚਾਹੀਦੇ ਨੇ ਬੋਡੀ ਦੇ ਵਿੱਚ। ਬਰਗਰ ਨੂੰ ਬੋਡੀ ਦੇ ਵਿੱਚੋਂ ਫਲਸ਼ ਆਊਟ ਹੋਣ ਲਈ ਕਮ ਸੇ ਕਮ 7 ਦਿਨ ਤੱਕ ਦਾ ਪੂਰਾ ਟਾਈਮ ਪੀਰੀਅਡ ਹੈ। ਜੇ ਤੁਸੀਂ ਕੋਲਨ ਵਾਸ਼ ਕਰਨੀ ਹੈ ਪੂਰੀ ਦੀ ਪੂਰੀ, ਉਹ ਵੀ ਇੰਡੀਅਨ ਲੋਕਾਂ ਦੇ ਲਾਗੂ ਹੁੰਦਾ ਹੈ। ਅਮਰੀਕਾ ਦੇ ਵਿੱਚ ਤਾਂ ਨਾਰਮਲ ਉਹ ਸਬਜ਼ੀ ਵੀ ਖਾ ਲੈਂਦੀ, ਉਹਦੇ ਵਾਸਤੇ ਵੀ ਕੋਲਨ ਵਾਸ਼ ਚਾਹੀਦਾ ਉਹਨਾਂ ਨੂੰ, ਉਹਦਾ ਤਾਂ ਮੁਸੀਬਤ ਇੰਨੀ ਵੱਡੀ ਹੈ। ਪਲੇਟਸ ਵੱਲ ਵਾਪਸ ਆਉਂਦੇ ਆ। ਜਿਹੜੀ 1 ਨੰਬਰ ਪਲੇਟ ਹੈ ਜੀ, ਜਿਹੜੀ 1 ਨੰਬਰ ਪਲੇਟ ਹੈ ਸਲਾਦ ਦੀ ਪਲੇਟ ਹੈ। ਬੇਸਿਕਲੀ ਅਸੀਂ ਆਪਣੇ ਟ੍ਰੀਟਮੈਂਟ ਦੇ ਵਿੱਚ ਮਿਲਟਸ ਥੈਰੇਪੀ ਦਿੰਦੇ ਹਾਂ। ਮਿਲਟ ਥੈਰੇਪੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ 1 ਨੰਬਰ ਪਲੇਟ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਮਿਲਟਸ ਖਾਣ ਤੋਂ ਪਹਿਲਾਂ ਸਲਾਦ ਜ਼ਰੂਰ ਖਾਣਾ। ਮੈਂ ਲੇਕਿਨ ਦਰਸ਼ਕਾਂ ਉਹਨਾਂ ਨੂੰ ਵੀ ਦੱਸਦੇ ਹਾਂ ਜਿਹੜੇ ਰੋਟੀ ਖਾਂਦੇ ਨੇ ਜਾਂ ਚਾਵਲ ਵੀ ਖਾਂਦੇ ਨੇ, ਅਗਰ ਉਹ ਵੀ ਰੋਟੀ ਖਾਣ ਤੋਂ ਪਹਿਲਾਂ ਇਹ 1 ਨੰਬਰ ਪਲੇਟ ਐਡ ਕਰ ਲੈਣ, ਠੀਕ ਹੈ ਜੀ। 1 ਨੰਬਰ ਪਲੇਟ ਆਪਣੇ ਤੁਸੀਂ ਖਾਣੇ ਦੇ ਸਕੈਡਿਊਲ ਦੇ ਵਿੱਚ ਐਡ ਕਰ ਲਵੋ। ਉਹਦੇ 2 ਫਾਇਦੇ ਹੋਣੇ ਨੇ। ਸਭ ਤੋਂ ਪਹਿਲਾ ਫਾਇਦਾ ਇਹ ਹੋਣਾ ਹੈ ਕਿ ਜਿਵੇਂ ਤੁਸੀਂ ਪਹਿਲਾਂ ਸੈਲਡ ਬੋਡੀ ਦੇ ਵਿੱਚ ਦਿੱਤਾ, ਇਨਟੇਕ ਹੋ ਗਿਆ, ਸਰੀਰ ਦੇ ਵਿੱਚ ਨਿਊਟ੍ਰੀਸ਼ਨ ਵਾਟਰ ਦਾ ਲੈਵਲ ਵੱਧ ਜਾਣਾ। ਨਿਊਟ੍ਰੀਸ਼ਨ ਵਾਟਰ ਦਾ ਲੈਵਲ ਜਿਵੇਂ ਵਧੇਗਾ, ਲੀਵਰ ਦੇ ਅੱਛੇ ਐਂਜ਼ਾਈਮ ਨੂੰ ਪੈਦਾ ਕਰਨ ਦਾ ਲੈਵਲ ਵੀ ਵੱਧ ਜਾਣਾ।
ਔਰ ਅੱਛੇ ਐਂਜ਼ਾਈਮ ਪੈਦਾ ਕਰਨ ਦਾ ਲੈਵਲ ਵਧੇਗਾ ਤੇ ਐਸਿਡ ਦਾ ਲੈਵਲ ਵੀ ਤੁਹਾਡੀ ਬੋਡੀ 'ਚ ਘਟ ਜਾਣਾ। ਜਦੋਂ ਐਸਿਡ ਦਾ ਲੈਵਲ ਘਟੇਗਾ ਨੈਚੁਰਲੀ ਆ ਤੁਹਾਡੇ ਬਲੱਡ 'ਚ ਗੰਧਲਾਪਨ ਵੀ ਘਟ ਜਾਣਾ। ਜਦੋਂ ਗੰਧਲਾਪਨ ਘਟ ਜਾਏਗਾ ਚੌਥਾ ਜਿਹੜਾ ਇਫੈਕਟ ਆਣਾ ਉਹ ਆਣਾ ਤੁਹਾਡੀਆਂ ਅੰਤੜੀਆਂ ਤੇ, ਤੁਹਾਡਾ ਕੌਨਸਟੀਪੇਸ਼ਨ ਮਤਲਬ ਕਬਜ਼, ਕ੍ਰੋਨਿਕਲ ਕਬਜ਼ ਆ ਜਿਹੜੀ ਉਹ ਵੀ ਸੋਲਵ ਹੋਏਗੀ। ਹੁਣ ਇਹ ਮੈਂ ਉਹਨਾਂ ਪਰਿਵਾਰਾਂ ਨੂੰ ਕਹਿ ਰਿਹਾ ਜਿਹੜੇ ਬਹੁਤ ਜ਼ਿਆਦਾ ਨੈਚੁਰਲ ਸਾਇੰਸ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ ਲੇਕਿਨ ਫਿਰ ਵੀ ਕਹਿੰਦੇ ਅਸੀਂ ਕੁਛ ਤਾਂ ਕਰੀਏ। ਉਹਨਾਂ ਲਈ ਸਭ ਤੋਂ ਸੌਖਾ ਸਟੈਪ ਇਹੀ ਹੈ ਕਿ 1 ਨੰਬਰ ਪਲੇਟ ਐਡ ਕਰ ਲਓ। ਸੀਜ਼ਨਲੀ ਸਲਾਦ ਨੇ ਜਿਹੜੇ ਅੱਜ ਦੇ ਮੌਸਮ ਦੇ ਸਲਾਦ ਹੈ, ਸਭ ਤੋਂ ਪਹਿਲਾਂ ਤਾਂ ਇਹ ਗਿਆਨ ਥੋੜ੍ਹਾ ਜਿਹਾ ਵਧਾਈਏ। ਸਾਨੂੰ ਪਤਾ ਹੋਣਾ ਚਾਹੀਦਾ ਗੋਭੀ ਜੂਨ ਦੇ ਮਹੀਨੇ 'ਚ ਨਹੀਂ ਮਿਲਦੀ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਅਸੀਂ ਗਰਮੀ ਜਾਂ ਸਰਦੀ ਦੇ ਜਿੰਨੀਆਂ ਵੀ ਸਾਡੀਆਂ ਸਬਜ਼ੀਆਂ ਨੇ ਉਹਨਾਂ ਦਾ ਸਾਨੂੰ ਇੱਕ ਤਾਂ ਗਿਆਨ ਐਕੂਰੇਟ ਕਰੀਏ ਵੀ ਸਰਦੀ ਦੀ ਸਬਜ਼ੀ ਹੈ ਤੇ ਸਰਦੀ 'ਚ ਹੀ ਖਾਣੀ ਹੈ। ਮੰਡੀ ਨੂੰ ਫੋਲੋ ਨਹੀਂ ਕਰਨਾ, ਗੱਲ ਉਹੀ ਆ ਗਈ ਵੈਲਿਊ ਵਾਲੀ। ਮੰਡੀ ਨੂੰ ਫੋਲੋ ਨਹੀਂ ਕਰਨਾ, ਤੁਸੀਂ ਰੁੱਤਾਂ ਨੂੰ ਫੋਲੋ ਕਰੋ। ਰੁੱਤ ਦੇ ਮੁਤਾਬਕ ਜਿਹੜੀ ਸਬਜ਼ੀ ਆ ਉਹਦਾ ਸਲਾਦ ਬਣਾ ਕੇ ਆਪਣੇ ਭੋਜਨ ਦੇ ਵਿੱਚ ਐਡ ਕਰ ਲਓ। ਆਈ ਥਿੰਕ ਇਹ ਕੋਈ ਮਹਿੰਗੀ ਦਵਾਈ ਨਹੀਂ ਹੈ, ਠੀਕ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਚੰਗੀ ਰਸੋਈ ਬਣਾ ਲਓ, ਚੰਗੀ ਰਸੋਈ ਦੇ ਅੰਦਰ ਚੰਗੀਆਂ ਆਦਤਾਂ ਲਿਓ, ਚੰਗਾ ਡਾਕਟਰ ਲੱਭਣ ਦੀ ਤੁਹਾਨੂੰ ਕਦੀ ਲੋੜ ਪਏਗੀ ਨਹੀਂ। ਡਾਕਟਰ ਇਲਾਜ ਕਰਦਾ ਹਰ ਬਿਮਾਰੀ ਦਾ? ਨਹੀਂ, ਡਾਕਟਰ ਇਲਾਜ, ਬਿਮਾਰੀ ਦਾ ਇਲਾਜ ਨਹੀਂ ਮੈਂ ਬੋਲੂੰਗਾ ਕਿਉਂਕਿ ਬਿਮਾਰੀ ਦਾ ਇਲਾਜ ਸਰੀਰ ਖੁਦ ਕਰਦਾ ਹੈ ਅਕੋਰਡਿੰਗ ਟੂ ਨੈਚੁਰਲ ਸਾਇੰਸ। ਡਾਕਟਰ ਦਾ ਕੰਮ ਮਾਤਰ 20% ਹੈ। ਐਜ਼ ਏ ਡਾਕਟਰ ਮੈਂ ਕਿਸੇ ਰੋਗ ਦਾ ਇਲਾਜ ਨਹੀਂ ਕਰਦਾ, ਮੈਂ ਔਨ ਕੈਮਰਾ ਕਹਿੰਦਾ ਤੁਹਾਡੇ ਰੋਗ ਦਾ ਇਲਾਜ ਤੁਹਾਡਾ ਸਰੀਰ ਕਰਦਾ ਹੈ। ਮੇਰਾ ਕੰਮ ਹੈ ਉਹਨੂੰ ਰॉ ਮਟੀਰੀਅਲ ਦੇਣਾ। ਮੇਰਾ ਕੰਮ ਹੈ ਉਹਦੇ ਅੰਦਰ ਜਿਹੜੀਆਂ ਐਕਟੀਵਿਟੀਜ਼ ਘਟੀਆਂ ਨੇ ਉਹਨਾਂ ਨੂੰ ਐਵਰੇਜ ਕਰਵਾਉਣਾ। ਉਹਦੇ ਲਈ ਬਾਡੀ ਨੂੰ ਕੋਈ ਦਵਾਈ ਨਹੀਂ ਚਾਹੀਦੀ, ਰॉ ਮਟੀਰੀਅਲ ਚਾਹੀਦਾ। ਅਗਰ ਅਸੀਂ ਮੈਂ ਐਜ਼ ਏ ਇਲੈਕਟ੍ਰੋਹੋਮੋਪੈਥ ਕੰਮ ਕਰ ਰਹੇ ਹਾਂ ਤਾਂ ਅਸੀਂ ਕਿਸੇ ਨੂੰ ਕੋਈ ਕੈਮੀਕਲ ਨਹੀਂ ਦੇ ਰਹੇ। ਉਹੀ ਵਨਸਪਤੀ ਦਾ ਕੱਢਿਆ ਹੋਇਆ ਅਰਕ ਜਿੰਦਾ ਪਲਾਂਟਸ ਤੋਂ ਜਿੰਦਾ ਬਾਡੀ ਨੂੰ ਟ੍ਰਾਂਸਫਰ ਕਰ ਰਹੇ ਹਾਂ। ਦੱਸੋ ਇਹਦੇ 'ਚ ਮੈਂ ਕੀ ਕੀਤਾ? ਮੈਂ ਤਾਂ ਕੁਝ ਵੀ ਨਹੀਂ। ਪਲਾਂਟਸ ਦੇ ਵਿੱਚ ਮੈਡੀਸਨ ਨੇਚਰ ਨੇ ਬਣਾਈ ਹੋਈ ਹੈ, ਸਿਰਫ ਅਸੀਂ ਲੇਬਰ ਦਾ ਕੰਮ ਕੀਤਾ ਹੈ, ਉੱਥੋਂ ਚੱਕੀ ਹੈ ਔਰ ਤੁਹਾਡੀ ਬਾਡੀ ਤੱਕ ਪਹੁੰਚਾ ਦਿੱਤੀ ਹੈ। ਹੁਣ ਤੁਹਾਡੀ ਬਾਡੀ ਦੇ ਅੰਦਰ ਵੀ ਮੇਰਾ ਕੋਈ ਰੋਲ ਨਹੀਂ, ਨਾ ਪਲਾਂਟ 'ਚ ਰੋਲ ਸੀ ਨਾ ਤੁਹਾਡੇ ਸਰੀਰ 'ਚ ਮੇਰਾ ਰੋਲ ਸੀ। ਮੇਰਾ ਰੋਲ ਸੀ ਪ੍ਰੋਵਾਈਡਰ ਦਾ। ਚੀਜ਼ ਉੱਥੋਂ ਚੰਗੀ ਲਈ ਹੈ, ਜੋ ਉਹਦੇ ਅੰਦਰ ਤੱਤ ਸੀ ਉਹਦੇ ਮੁਤਾਬਕ ਡਾਇਗਨੋਸ ਕਰਕੇ ਤੁਹਾਨੂੰ ਦੇ ਦਿੱਤੀ ਹੈ। ਹੁਣ ਅੰਦਰ ਗਈ ਹੈ, ਤੁਹਾਡੇ ਸਰੀਰ ਦਾ ਅੰਦਰਲਾ ਡਾਕਟਰ ਕੰਮ ਕਰਦਾ ਪਿਆ ਉਹਦੇ ਉੱਤੇ। ਉਹ ਕਿੰਨਾ ਹੀਲ ਕਰਦਾ, ਕਿੰਨਾ ਉਹਨੂੰ ਐਬਜ਼ੌਰਬ ਕਰਦਾ, ਉਹ ਤੁਹਾਡੇ ਨਰਵਸ ਸਿਸਟਮ, ਇਮਿਊਨਿਟੀ ਔਰ ਹੀਲਿੰਗ ਪਾਵਰ ਦੇ ਉੱਤੇ ਡਿਪੈਂਡ ਹੁੰਦਾ ਹੈ। ਉਹ ਵੇਰੀਏਸ਼ਨ 'ਚ ਹੁੰਦੀ ਹੈ। ਮਤਲਬ ਜਿਹੜੇ ਲੋਕਾਂ ਨੇ 10-10 15-15 ਸਾਲ ਤੋਂ ਐਲੋਪੈਥੀ ਯੂਜ਼ ਕੀਤੀ ਹੋਈ ਹੈ ਉਹਨਾਂ ਦੀ ਬਾਡੀ ਲੰਬਾ ਟਾਈਮ ਲੈਂਦੀ ਹੈ। ਜਿਹੜਾ ਪਹਿਲੇ ਦਿਨ ਇੱਧਰ ਨੂੰ ਆ ਗਿਆ ਉਹ ਕੁਝ ਦਿਨਾਂ 'ਚ ਠੀਕ ਹੋ ਜਾਂਦਾ ਹੈ। ਇਲੈਕਟ੍ਰੋਹੋਮਿਓਪੈਥੀ 'ਚ ਕਿੰਨੇ ਬਿਮਾਰੀਆਂ ਦਾ ਟ੍ਰੀਟਮੈਂਟ ਤੁਸੀਂ ਇੱਥੇ ਕਰਦੇ ਹੋ? ਤਕਰੀਬਨ ਸਿਰ ਦਰਦ ਤੋਂ ਲੈ ਕੇ ਕੈਂਸਰ ਤੱਕ ਦੇ ਸਾਰੇ ਰੋਗ। ਕਾਉਂਟ ਸੀਜ਼ਰ ਮੈਟੀ ਜੀ ਨੇ ਜਿਹੜੀਆਂ ਪੇਟੈਂਟ ਮੈਡੀਸਿਨਸ ਬਣਾਈਆਂ ਨੇ ਪਲਾਂਟਸ ਦੀ, 38 ਮੈਡੀਸਨ ਨੇ ਸਾਡੇ ਕੋਲ, 114 ਤਰ੍ਹਾਂ ਦੇ ਪਲਾਂਟਸ ਨੂੰ ਕਲੈਕਟ ਕਰਕੇ ਬਣਾਈਆਂ ਗਈਆਂ ਨੇ। ਔਰ ਤੁਹਾਨੂੰ ਹੈਰਾਨਗੀ ਹੋਏਗੀ ਸਰ, ਕਾਉਂਟ ਸੀਜ਼ਰ ਮੈਟੀ ਇਟਲੀ ਤੋਂ ਸੀ। ਉਹਨਾਂ ਨੇ ਯੂਰਪ ਦੇ ਵਿੱਚੋਂ ਪਲਾਂਟਸ ਲਏ। ਔਰ ਮੈਂ ਦੂਸਰੀ ਗੱਲ ਦੱਸਣ ਜਾ ਰਿਹਾ ਜਿਹਦੇ ਕਰਕੇ ਆਈ ਲਵ ਮਾਈ ਇੰਡੀਆ। ਯੂਰਪ ਤੋਂ ਵੀ ਬਿਹਤਰੀਨ ਕੁਆਲਿਟੀ ਦਾ ਪਲਾਂਟਸ ਸਾਨੂੰ ਹਿਮਾਲਿਆ 'ਚ ਮਿਲਦਾ ਹੈ। ਯੂਰਪ ਤੋਂ ਵੀ ਬਿਹਤਰੀਨ। 2008 ਦੇ ਵਿੱਚ ਸੈਂਪਲਿੰਗ ਹੋਈ, 2008 ਤੋਂ ਡੈਲੀਗੇਟਸ ਆਏ ਯੂਰਪੀਅਨ। ਉਹਨਾਂ ਨੇ ਆਪਣੇ ਪਲਾਂਟਸ ਨਾਲੋਂ ਹਿਮਾਲਿਆ ਦੇ ਪਲਾਂਟਸ ਦੀ ਐਫੀਸ਼ੀਐਂਸੀ ਕਮ ਸੇ ਕਮ 60% ਜ਼ਿਆਦਾ ਮਾਪੀ। ਤੇ ਇਸ ਕਿੱਡੇ ਮਾਣ ਵਾਲੀ ਗੱਲ ਹੈ। ਯੂਰਪ 'ਚ ਜਿਹੜੀ ਪਲਾਂਟ ਦੀ ਐਫੀਸ਼ੀਐਂਸੀ ਉਨੀ ਨਹੀਂ, ਉਹ ਸਾਡੇ ਹਿਮਾਲਿਆ 'ਚ ਪਏ ਪਲਾਂਟ ਦੀ ਐਫੀਸ਼ੀਐਂਸੀ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਬਹੁਤ ਕੁਛ ਹੈ ਸਾਡੇ ਕੋਲ। ਔਰ ਅਗਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਦੇਖੋ ਡਾਕਟਰ ਦੀ ਵਾਰੀ, ਮੇਰੀ ਵਾਰੀ ਉਦੋਂ ਆਉਣੀ ਹੈ ਜਦੋਂ ਤੁਸੀਂ ਅੱਖਾਂ ਬੰਦ ਕੀਤੀਆਂ ਹੋਣਗੀਆਂ। ਵੀਡੀਓ ਬਣਾਉਣ ਦਾ ਮਕਸਦ ਇਹੀ ਹੈ, ਘਰੇ ਬੈਠੇ ਅੱਖਾਂ ਖੋਲ੍ਹ ਲਓ, ਮੇਰੇ ਕੋਲ ਕਦੀ ਨਹੀਂ ਆਓਗੇ ਗੈਟਿੰਗ। ਉਹਦੇ ਵਾਸਤੇ ਆ ਮੈਡੀਸਨ ਦੱਸ ਰਿਹਾ ਹੈਗਾ। ਪਹਿਲੀ ਪਲੇਟ ਐਡ ਕਰ ਲਓ ਆਪਣੇ ਖਾਣੇ ਦੇ ਵਿੱਚ, ਦੂਜੀ ਵੀ ਦੱਸਦੇ ਹੈਗੇ, ਦੂਜੀ ਵੀ ਪਈ ਹੋਈ ਆ। ਪਹਿਲੀ ਪਲੇਟ ਐਡ ਕਰ ਲਓ। ਇਹਦੇ ਮੋٹے ਫਾਇਦੇ ਮੈਂ ਤੁਹਾਨੂੰ ਦੱਸ ਦਿੰਦਾ। ਜ਼ਿਆਦਾ ਆਪਾਂ ਇਹਨੂੰ ਟੈਕਨੀਕਲ ਨਹੀਂ ਬਣਾਵਾਂਗੇ, ਆਮ ਸ਼ੁੱਧ ਭਾਸ਼ਾ ਦੇ ਵਿੱਚ ਆਮ ਮੇਰੀ ਬੇਬੇ ਨੂੰ, ਮੇਰੇ ਬਾਪੂ ਨੂੰ ਸਮਝ ਆ ਜਾਏਗੀ ਵੀ ਮੈਂ ਹੁਣ ਸਾਗ ਤੋਂ ਪਹਿਲਾਂ ਕੀ ਖਾਣਾ, ਮੈਂ ਆਲੂ ਗੋਭੀ ਤੋਂ ਪਹਿਲਾਂ ਕੀ ਖਾਣਾ, ਆਲੂ ਗਾਜਰ ਤੋਂ ਪਹਿਲਾਂ ਕੀ ਖਾਣਾ, 4 ਰੋਟੀਆਂ ਤੋਂ ਪਹਿਲਾਂ ਮੈਂ ਕੀ ਖਾਣਾ। ਇੱਕ ਪਲੇਟ ਐਡ ਕਰ ਲਓ। ਸਭ ਤੋਂ ਪਹਿਲਾਂ ਤਾਂ ਸਰੀਰ ਦੇ ਵਿੱਚ ਕਾਰਬੋਜ਼ ਘਟ ਜਾਣੇ ਆ ਨੈਚੁਰਲੀ ਆ ਫਾਰੂਕੀ ਜੀ। ਜਦੋਂ ਤੁਸੀਂ ਅੱਛਾ ਹੁਣ ਕਈਆਂ ਦੇ ਮਾਈਂਡ 'ਚ ਪਤਾ ਕੀ ਆ ਰਿਹਾ, ਲੈ ਇੰਨੀ ਪਲੇਟ ਭਰ ਕੇ ਜਦੋਂ ਮੈਂ ਖਾ ਲਈ ਤੇ ਰੋਟੀ ਮੈਂ ਕੀ ਖਾਣੀ ਹੈ। ਪਰ ਉਲਟਾ ਹੈ, ਤੁਸੀਂ ਇੱਕ ਖਾ ਕੇ ਵੇਖੋ, ਭੁੱਖ ਵੱਧ ਜਾਣੀ ਆ, ਇੰਸਟੈਂਟ ਭੁੱਖ ਵੱਧ ਜਾਣੀ ਹੈਗੀ ਆ। ਕਿਉਂ? ਬਾਡੀ ਦੇ ਅੰਦਰ ਨਿਊਟ੍ਰੀਸ਼ਨ ਵਾਟਰ ਵੱਧ ਗਿਆ। 10 ਮਿੰਟਾਂ ਬਾਅਦ ਤਾਂ ਐਂ ਹੋ ਜਾਂਦਾ ਜਿਵੇਂ ਢਿੱਡ 'ਚ ਕੋਈ ਟੋਆ ਪੱਟ ਰਿਹਾ ਹੁੰਦਾ। ਯੈਸ,
ਖੋਹ ਜਿਹਨੂੰ ਆਪਾਂ ਠੇਠ ਭਾਸ਼ਾ ਖੋਹ ਪੈਂਦੀ ਹੈ, ਠੀਕ ਹੈ। ਬਾਡੀ ਨੇ ਗੁੱਡ ਐਂਜ਼ਾਈਮ ਪੇਟ ਨੇ ਪੈਦਾ ਕਰਨੇ ਸ਼ੁਰੂ ਅੰਤੜੀਆਂ ਸ਼ੁਰੂ ਹੋ ਜਾਣੇ ਨੇ, ਲੀਵਰ ਨੇ ਉਹ ਜੂਸ ਬਣਾਉਣਾ ਸ਼ੁਰੂ ਕਰ ਦੇਣਾ ਹੈਗਾ, ਜਿਹਦੇ ਨਾਲ ਤੁਹਾਡੀ ਭੁੱਖ ਹੋਰ ਅੱਛਾ ਜੂਸ ਬਹੁਤ ਹੈਲਦੀ ਜੂਸ ਬਣਾਏਗਾ ਲੀਵਰ। ਫਿਰ ਜਦੋਂ ਤੁਸੀਂ ਰੋਟੀ ਉਦੋਂ ਖਾਣੀ ਹੈ, ਹਾਂ ਇੰਨਾ ਜ਼ਰੂਰ ਹੈਗਾ ਕਿ ਰੋਟੀ ਤੋਂ ਇੱਕ ਤਾਂ ਰੋਟੀ ਨੂੰ ਜ਼ਿਆਦਾ ਚਬਾ ਕੇ ਖਾਣਾ, ਕੋਸ਼ਿਸ਼ ਕਰੋ ਜੀ ਤੁਸੀਂ ਰੋਟੀ ਦੀ ਕੁਆਲਿਟੀ ਵਧਾਉਣੀ ਆ ਤਾਂ ਉਹਨੂੰ ਪੱਕੀ ਅੱਗ ਵਾਲੀ ਵਾਲਾ ਚੁੱਲ੍ਹਾ ਉਹਦੇ 'ਤੇ ਪਕਾ ਕੇ ਖਾਓ। ਅਗਰ LPG 'ਤੇ ਵੀ ਤੁਸੀਂ ਪਕਾ ਰਹੇ ਹੋ ਤਾਂ ਕੋਸ਼ਿਸ਼ ਕਰੋ ਉਹਨੂੰ ਜ਼ਿਆਦਾ ਟਾਈਮ ਚਬਾਓ, ਪੇਟ ਭਰ ਕੇ ਨਾ ਖਾਓ। ਤੁਸੀਂ ਤਾਂ ਇੱਕ ਗੱਲ ਹੋਰ ਬੜੀ ਅਹਿਮ ਕੀਤੀ ਸੀ, ਤੁਸੀਂ ਤੁਹਾਡਾ ਕਹਿਣ ਦਾ ਤੁਸੀਂ ਇੱਕ ਵਿਗਿਆਨਿਕ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਸੀ ਕਿ ਜਿਸ ਘਰ ਦੇ ਵਿੱਚ ਸਿਲੰਡਰ ਹੈ, ਸਿਲੰਡਰ ਦੇ ਉੱਤੇ ਖਾਣਾ ਬਣਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਸਿਲੰਡਰ ਦੇ ਉੱਤੇ ਖਾਣਾ ਬਣਾਉਣ ਕਰਕੇ ਵੀ ਹੁੰਦੀਆਂ ਨੇ, ਉਹ ਕਿਹੜੀਆਂ ਨੇ? ਇਸ ਬਾਬਤ ਅਸੀਂ ਇੱਕ ਵੀਡੀਓ ਅਲੱਗ ਤੋਂ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਮੋਟੇ ਤੌਰ ਤੇ ਤੁਸੀਂ ਕੀ ਕਹੋਗੇ? ਦੇਖੋ ਮੇਨ ਕੀ ਹੈਗਾ ਕਿ ਉਹ ਬਿਮਾਰੀਆਂ ਦੇ ਨਾ ਰੀਜ਼ਨ ਦੋ ਤਰ੍ਹਾਂ ਦੇ ਆ। ਇੱਕ ਤਾਂ ਹੈਗਾ ਕਿ ਜਦੋਂ ਅਸੀਂ ਫੋਸਿਲ ਫਿਊਲ, LPG ਨੂੰ ਫੋਸਿਲ ਫਿਊਲ ਕਹਿੰਦੇ। ਫੋਸਿਲ ਫਿਊਲ ਦਾ ਮਤਲਬ ਉਹ ਬਾਲਣ ਜਿਹੜਾ ਜ਼ਮੀਨ ਦੇ ਥੱਲੋਂ ਆਇਆ, ਉੱਪਰੋਂ ਨਹੀਂ ਆਇਆ ਹੈਗਾ। ਜਿਹੜਾ ਥੱਲੋਂ ਆਇਆ ਉਹ ਪਹਿਲੀ ਗੱਲ ਉਹ ਕਾਰਬਨ ਸਾਈਕਲ ਦਾ ਹਿੱਸਾ ਨਹੀਂ ਹੈਗਾ। ਕਾਰਬਨ ਸਾਈਕਲ ਕੀ ਹੁੰਦਾ ਦਰਸ਼ਕ ਨੂੰ ਨਹੀਂ ਪਤਾ ਹੋਏਗਾ, ਸੌਖਾ ਕਰ ਦਿੰਦਾ। ਜਦੋਂ ਅਸੀਂ ਕਾਰਬਨ ਕੋਈ ਵੀ ਚੀਜ਼ ਛੱਡਦੀ ਹੈ ਤਾਂ ਦਰਖਤ ਕਾਰਬਨ ਨੂੰ ਲੈ ਲੈਂਦੇ ਆ, ਫਿਰ ਆਕਸੀਜਨ 'ਚ ਕਨਵਰਟ ਕਰਕੇ ਸਾਨੂੰ ਨਵੀਂ ਆਕਸੀਜਨ ਦੇ ਦਿੰਦੇ ਆ। ਇੱਕ ਸਾਈਕਲ ਹੈ, ਇਹ ਨੇਚਰ ਨੇ ਬਣਾਇਆ, ਉੱਥੇ ਕੋਈ ਮਸ਼ੀਨ ਤਾਂ ਲੱਗੀ ਨਹੀਂ ਹੋਈ, ਉਹ ਨੇਚਰ ਨੇ ਬਣਾਇਆ, ਉਹਦੇ ਵਾਸਤੇ ਦਰਖਤ ਬਣਾਇਆ। ਲੇਕਿਨ ਜਿਹੜਾ ਫੋਸਿਲ ਫਿਊਲ ਹੈ ਉਹ ਉਸ ਸਾਈਕਲ ਦਾ ਹਿੱਸਾ ਨਹੀਂ ਬਣ ਪਾਉਂਦਾ। ਇਹ ਇੱਕ ਪਹਿਲੀ ਕਾਰਨ। ਹੁਣ ਜਦੋਂ ਸਾਈਕਲ ਦਾ ਹਿੱਸਾ ਨਹੀਂ ਬਣ ਪਾਉਂਦਾ ਤਾਂ ਉਹ ਉਸ ਏਰੀਏ 'ਚ ਜਿੱਥੇ ਉਹਨੂੰ ਬਾਲਿਆ ਜਾ ਰਿਹਾ ਹੈ ਉੱਥੇ ਜ਼ਿਆਦਾ ਏਰੀਆ ਘੇਰਦੀ ਹੈ। ਜਦੋਂ ਜ਼ਿਆਦਾ ਏਰੀਆ ਉਹ ਘੇਰੇਗੀ, ਕਾਰਬਨ ਘੇਰੇਗੀ ਤਾਂ ਕੀ ਘਟੇਗਾ? ਆਕਸੀਜਨ। ਔਰ ਜਿਹੜੇ ਕਿਚਨ ਦੇ ਵਿੱਚ ਉਹ ਬਾਲਿਆ ਜਾ ਰਿਹਾ, ਜਿਹੜੇ ਘਰ 'ਚ ਬਾਲਿਆ ਜਾ ਰਿਹਾ, ਉਸ ਘਰ ਦੇ ਵਿੱਚ ਆਕਸੀਜਨ ਲੈਵਲ ਤੁਹਾਨੂੰ ਘੱਟ ਮਿਲੇਗਾ। ਜਦੋਂ ਆਕਸੀਜਨ ਲੈਵਲ ਘੱਟ ਹੈ ਤਾਂ ਉਹਦੇ 'ਚ ਰਹਿਣ ਵਾਲੇ ਲੋਕ, ਉਹਨਾਂ ਦੇ ਬ੍ਰੇਨ ਬੋਡੀ 'ਚ ਆਕਸੀਜਨ ਲੈਵਲ ਘੱਟ ਮਿਲੇਗਾ। ਜਦੋਂ ਬੋਡੀ ਨੂੰ ਆਕਸੀਜਨ ਲੈਵਲ ਘੱਟ ਮਿਲੇਗਾ ਤਾਂ ਬਾਏ ਡਿਫਾਲਟ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਤੁਹਾਡਾ ਸੁਭਾਅ ਚਿੜਚਿੜਾ ਹੋ ਜਾਏਗਾ, ਗੁੱਸਾ ਜ਼ਿਆਦਾ ਆਏਗਾ, ਹੈਟਿੰਗ, ਔਰ ਤੁਹਾਡੇ ਅੰਦਰ ਨੈਗੇਟਿਵ ਥਾਟ ਜ਼ਿਆਦਾ ਹੋ ਜਾਣਗੇ, ਠੀਕ ਹੈ। ਔਰ ਨੀਂਦ 'ਤੇ ਇਫੈਕਟ ਆ ਜਾਣਾ ਹੈਗਾ। ਜਦੋਂ ਨੀਂਦ 'ਤੇ ਇਫੈਕਟ ਆਉਂਦਾ ਹੈ, ਤੁਹਾਡੇ ਮੂਡ 'ਤੇ ਇਫੈਕਟ ਆਉਂਦਾ ਹੈ, ਤਾਂ ਖਾਧੇ ਗਏ ਖਾਣੇ ਤੋਂ ਜਿਹੜੇ ਜੂਸਸ ਬਣਦੇ ਨੇ ਉਹਨਾਂ 'ਤੇ ਵੀ ਇਫੈਕਟ ਆਉਂਦਾ ਹੈ। ਸੋ ਇਹਦਾ ਜ਼ਿਆਦਾ ਕਿਉਂਕਿ ਮੇਲ ਖਾਣਾ ਖਾਧਾ ਘਰੋਂ ਬਾਹਰ ਚਲੇਗਾ, ਫੀਮੇਲ ਘਰੇ ਹੁੰਦੀਆਂ ਨੇ, ਜ਼ਿਆਦਾ ਇਫੈਕਟ ਫੀਮੇਲ 'ਤੇ ਜਾ ਰਿਹਾ। ਇਸੇ ਲਈ ਇਹੀ ਕਾਰਨ ਹੈ ਕਿ ਇਸ ਵੇਲੇ ਮਰਦਾਂ ਦੇ ਮੁਕਾਬਲੇ ਜਿਹੜੀਆਂ ਔਰਤਾਂ ਹੈਗੀਆਂ ਨੇ, ਫੀਮੇਲ ਹੈਗੀਆਂ, ਉਹ ਕੰਪੈਰੀਟਿਵਲੀ ਜ਼ਿਆਦਾ ਸ਼ਿਕਾਰ ਹੋ ਰਹੀ ਨੇ ਬਿਮਾਰੀਆਂ ਦਾ। ਫੀਮੇਲ ਦੇ ਵਿੱਚ ਬਿਮਾਰੀਆਂ ਦੇ ਰੀਜ਼ਨ 4-5 ਹੋਰ ਵੀ ਨੇ, ਪਰ ਇਹ ਇੱਕ ਰੀਜ਼ਨ ਐਡ ਹੋ ਜਾਂਦਾ ਹੈ, ਠੀਕ ਹੈ। ਇਹ ਇਸ ਤਰ੍ਹਾਂ ਹੈ ਕਿ ਜਿਵੇਂ ਬਿਮਾਰ ਬੰਦੇ ਨੂੰ ਹੋਰ ਬਿਮਾਰ ਕਰਨ ਦੀ ਕੋਈ ਚੀਜ਼ ਐਡ ਕਰ ਦਿੱਤੀ ਗਈ ਹੋਵੇ, ਠੀਕ ਹੈ। ਹੁਣ ਦੂਸਰੀ ਗੱਲ ਜਿਹੜੀ ਦੂਸਰਾ ਹੈਗਾ ਅੱਧ ਪੱਕਿਆ ਹੋਇਆ। ਜਦੋਂ ਅੱਧ ਪੱਕਿਆ ਹੋਇਆ ਖਾਣਾ ਅਸੀਂ ਖਾਵਾਂਗੇ ਤਾਂ ਉਹ ਬਾਡੀ ਨੂੰ ਅੰਦਰ ਫੇਰ ਪਕਾਉਣਾ ਪੈਂਦਾ। ਜਦੋਂ ਫੇਰ ਪਕਾਉਣਾ ਪੈਂਦਾ ਤਾਂ ਉਦੋਂ ਉਹਨੂੰ ਜਦੋਂ ਫੇਰ ਪਕਾਉਣਾ ਪੈਂਦਾ ਤਾਂ ਉਦੋਂ ਉਹਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਜੂਸਸ ਅਤੇ ਜ਼ਿਆਦਾ ਐਸਿਡ ਰਿਲੀਜ਼ ਕਰਨਾ ਪੈਂਦਾ। ਜ਼ਿਆਦਾ ਐਸਿਡ ਰਿਲੀਜ਼ ਕਰਦਾ ਹੈ। ਹੁਣ ਲੀਵਰ ਨੇ ਐਸਿਡ ਬਣਾਇਆ ਤੁਹਾਡੇ ਅੱਧ ਪੱਕੇ ਖਾਣੇ ਨੂੰ ਪਕਾਉਣ ਲਈ, ਅਤੇ ਬੰਦਾ ਕਹਿ ਰਿਹਾ ਮੇਰੇ 'ਤੇ ਬਹੁਤ ਐਸਿਡ ਬਣ ਰਿਹਾ, ਬਹੁਤ ਐਸਿਡ ਬਣ ਰਿਹਾ। ਹੁਣ ਲੀਵਰ ਆਪਣੀ ਡਿਊਟੀ ਕਰ ਰਿਹਾ, ਜੋ ਨਹੀਂ ਉਹਨੂੰ ਪਕਾਉਂਦਾ ਉਹ ਅੰਦਰ ਜ਼ਹਿਰ ਬਣ ਜਾਏਗਾ, ਤਾਂ ਹੋ ਸਕਦਾ ਬੰਦੇ ਦੀ ਮੌਤ ਵੀ ਹੋ ਜਾਵੇ, ਠੀਕ ਹੈ। ਪਰ ਨੇਚਰ ਨੇ ਉਹਨੂੰ ਬਣਾਇਆ ਇਸ ਲਈ ਉਹ ਆਪਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ। ਉਹਦੇ ਲਈ ਉਹ ਕੀ ਕਰ ਰਿਹਾ? ਜੂਸ ਐਸਿਡ ਵਧਾ ਰਿਹਾ, ਐਸਿਡ ਵਧਾ ਕੇ ਅੱਧ ਪੱਕੇ ਖਾਣੇ ਨੂੰ ਹੋਰ ਪਕਾ ਕੇ ਤੁਹਾਡੇ ਅੰਤੜੀਆਂ ਨੂੰ ਮੂਵ ਕਰ ਰਿਹਾ ਤਾਂ ਜੋ ਉਹਦੇ 'ਚ ਜੋ ਨਿਊਟ੍ਰੀਸ਼ਨ ਲੈਣਾ ਲੈ ਲਵੇ, ਉਸ ਤੋਂ ਫੋਕਟ ਮਾਲ ਬਣ ਕੇ ਬੋਡੀ 'ਚੋਂ ਬਾਹਰ ਚੱਲ ਜਾਵੇ। ਤੁਸੀਂ ਪਲੇਟ ਨੰਬਰ 1 ਅਤੇ ਪਲੇਟ ਨੰਬਰ 2 ਦੇ ਉੱਤੇ ਬਹੁਤ ਜ਼ਿਆਦਾ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਚੀਜ਼ ਹੈਗੀ ਹੈ ਕੁਦਰਤ ਦੇ ਨੇੜੇ ਲੈ ਕੇ ਜਾ ਰਹੀ ਹੈ ਔਰ ਸਾਨੂੰ ਬਿਮਾਰੀਆਂ ਤੋਂ ਦੂਰ ਕਰਦੀ ਹੈ। ਉਹ ਕਿਵੇਂ ਕਰਦੀ ਹੈ? ਕਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਜੇਕਰ ਅਸੀਂ ਇਹਨੂੰ ਡਾਈਟ ਦਾ ਹਿੱਸਾ ਬਣਾ ਲਈਏ, ਸਹੀ ਖਾਣ ਪਾਣ ਦਾ ਹਿੱਸਾ ਬਣਾ ਲਈਏ, ਉਹ ਬਿਮਾਰੀ ਸਾਨੂੰ ਆਉਣਗੀ ਨਹੀਂ? ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਹਨੂੰ ਡਿਟੇਲ 'ਚ ਦੱਸ ਦਿਆਂ, ਫਿਰ ਆਪਾਂ ਬਿਮਾਰੀਆਂ ਦੇ ਵੀ ਨਾਲ ਡਿਟੇਲ ਐਡ ਕਰ ਦਾਂਗੇ। ਪਲੇਟ ਨੰਬਰ ਜਿਹੜੀ 1 ਹੈ, ਇਹਨੂੰ ਖਾਣਾ ਖਾਣ ਤੋਂ ਪਹਿਲਾਂ ਜੇ 2 ਵਾਰੀ ਖਾਂਦੇ ਹੋ ਤਾਂ 2 ਵਾਰੀ, 3 ਵਾਰੀ ਖਾਂਦੇ ਹੋ 3 ਵਾਰੀ। ਪਲੇਟ ਨੰਬਰ ਜਿਹੜੀ 2 ਹੈ, ਇਹ ਸਵੇਰ ਦੇ ਬ੍ਰੇਕਫਾਸਟ ਤੋਂ 2 ਘੰਟੇ ਬਾਅਦ, ਸਵੇਰ ਦੇ ਬ੍ਰੇਕਫਾਸਟ ਤੋਂ ਬਾਅਦ 2 ਘੰਟੇ ਬਾਅਦ, ਠੀਕ ਹੈ ਜੀ। ਇਹ ਤੁਸੀਂ ਲੈਣੀ ਹੈਗੀ ਆ। ਤਾਂ ਇਹ ਦੋਨਾਂ ਦੀ ਨਿਊਟ੍ਰੀਸ਼ਨ ਵੈਲਿਊ ਤੁਹਾਡੇ ਬਾਡੀ ਦੇ ਵਿੱਚ ਮੈਡੀਸਨਲ ਲੈਵਲ ਵੀ ਵਧਾ ਦੇਗੀ। ਕਿਹੜਾ ਮੈਡੀਸਨ ਲੈਵਲ ਵਧਾ ਦੇਗੀ? ਜਿਹੜੀ ਬਾਡੀ ਨੂੰ ਹੀਲ ਕਰਨ ਲਈ ਚਾਹੀਦਾ। ਹੁਣ ਮੈਂ ਇਕੱਲੇ ਪਲੇਟ ਨੰਬਰ 1 ਦੇ ਫਾਇਦੇ ਦੱਸ ਦੇਣਾ। ਅਗਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਪਲੇਟ ਨੰਬਰ 1 ਫਿਨਿਸ਼ ਕਰ ਲੈਂਦੇ ਹੋ, ਕਬਜ਼, ਐਸਿਡ, ਗੈਸ, ਤੇਜ਼ਾਬ, ਪਿੱਤੇ ਦੇ ਵਿੱਚ ਪੱਥਰੀ ਬਣਨ ਦੇ ਚਾਂਸਸ ਤੇ ਕਾਰਨ ਬਿਲਕੁਲ ਨਾ ਮਾਤਰ 'ਚ ਹੋ ਜਾਣਗੇ, ਕਿਉਂਕਿ ਗੈਸ ਤੇ ਐਸਿਡ ਉਦੋਂ ਵੱਧਦਾ ਜਦੋਂ ਲੀਵਰ ਮਾੜੇ ਜੂਸ ਵਧਾ ਰਿਹਾ ਹੁੰਦਾ।
ਜਿਵੇਂ ਤੁਸੀਂ ਇਹਨੂੰ ਆਪਣੇ ਖਾਣੇ 'ਚ ਐਡ ਕੀਤਾ ਪਲੇਟ ਨੰਬਰ 1 ਨੂੰ, ਨਾਲ ਆਪਣੀ ਤੁਸੀਂ ਰੋਟੀ ਖਾ ਰਹੇ ਹੋ, ਜ਼ਿਆਦਾ ਚਬਾ ਕੇ ਖਾ ਰਹੇ ਹੋ, ਤਾਂ ਉਸ ਤੋਂ ਬਾਅਦ ਕੀ ਹੋਏਗਾ, ਲੀਵਰ ਅੱਛੇ ਜੂਸਸ ਦੀ ਮਤਲਬ ਆਪਣੇ ਜੂਸਸ ਦੀ ਕੁਆਲਿਟੀ ਬੈਟਰ ਕਰ ਲੇਗਾ। ਜਦੋਂ ਜੂਸ ਅੱਛਾ ਜਾਏਗਾ ਪਿੱਤੇ ਦੇ ਵਿੱਚ ਤਾਂ ਉਹਦੇ ਵਿੱਚ ਬਾਈ ਡਿਫਾਲਟ ਹੈ ਕਿ ਕੋਈ ਵੀ ਪੱਥਰੀ ਨਹੀਂ ਬਣੇਗੀ। ਤਾਂ ਦੂਸਰਾ ਜਿਹੜੇ ਅਗਲੇ ਦੇ ਫਾਇਦੇ ਹੈਗੇ ਉਹ ਹੈਗਾ ਕਿ ਜਦੋਂ ਜੂਸ ਅੱਛੇ ਹੁੰਦੇ ਨੇ ਨਾ ਤਾਂ ਬਲੱਡ ਦੇ ਵਿੱਚ ਵੀ ਗੰਧਲਾਪਨ ਘਟ ਜਾਂਦਾ ਹੈ। ਬਲੱਡ 'ਚ ਗੰਧਲਾਪਨ ਘਟਿਆ ਤੇ ਬੈਡ ਕੋਲੈਸਟਰੋਲ ਘਟ ਗਏ। ਬੈਡ ਕੋਲੈਸਟਰੋਲ ਘਟੇ ਇਟ ਮੀਨਸ ਕੀ ਹੈਗਾ ਕਿ ਤੁਹਾਡੇ ਅੰਦਰ ਹਾਰਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ, ਲੀਵਰ ਫੈਟੀ ਹੋ ਜਾਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਟਾਈਮ ਸਮੇਂ ਤੋਂ ਪਹਿਲਾਂ ਕੰਟਰੋਲ ਕਰ। ਈਵਨ ਜਿਨ੍ਹਾਂ ਦਾ ਲੀਵਰ ਫੈਟੀ ਹੋ ਗਿਆ ਹੈ ਉਹਨਾਂ ਲਈ ਤਾਂ ਸਭ ਤੋਂ ਜ਼ਰੂਰੀ ਹੈ ਪਲੇਟ ਨੰਬਰ 1। ਜਿਨ੍ਹਾਂ ਲੀਵਰ ਫੈਟੀ ਹੋ ਗਿਆ, ਜਿਨ੍ਹਾਂ ਦੇ ਪਿੱਤੇ ਦੇ ਵਿੱਚ ਪੱਥਰੀ ਬੋਲ ਦਿੱਤੀ ਗਈ, ਚਾਹੇ ਸਟਾਰਟਿੰਗ ਹੈ, ਜਿਨ੍ਹਾਂ ਨੂੰ ਐਸਿਡ, ਗੈਸ ਅਤੇ ਕਰੋਨਿਕਲ ਕਬਜ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈਗੀ ਹੈ, ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ ਖਾਣਾ ਖਾਣ ਤੋਂ ਪਹਿਲਾਂ ਪਲੇਟ ਨੰਬਰ 1, ਕਿਉਂਕਿ ਸੈਲਡ ਹੈ, ਨਿਊਟ੍ਰੀਸ਼ਨ ਵੈਲਿਊ ਬਾਡੀ ਦੀ ਇਹ ਵਧਾ ਦਿੰਦਾ ਹੈ, ਪਾਣੀ ਦੇ ਰੂਪ ਦੇ ਵਿੱਚ ਵਧਾਉਂਦਾ ਹੈ, ਜਿਹਦੇ ਨਾਲ ਬਾਡੀ ਦੇ ਵਿੱਚ ਪਾਣੀ ਦਾ ਲੈਵਲ ਜਦੋਂ ਇਕੁਅਲ ਹੁੰਦਾ ਹੈ ਤਾਂ ਉਹਦੇ ਨਾਲ ਬਲੱਡ ਦਾ ਸਰਕੂਲੇਸ਼ਨ ਵੀ ਸਮੂਥ ਹੋ ਜਾਂਦਾ ਹੈ। ਹੁਣ ਚੁਕੰਦਰ ਹੈ ਜੀ, ਜਿਸ ਇਨਸਾਨ ਨੂੰ ਖਾਣਾ ਖਾਣ ਤੋਂ ਬਾਅਦ ਵੋਮਿਟਿੰਗਸ ਹੁੰਦੀ ਹੈ, ਜਿਹਨੂੰ ਖਾਣਾ ਖਾਣ ਤੋਂ ਬਾਅਦ ਭਾਰਾਪਨ ਮਹਿਸੂਸ ਹੁੰਦਾ ਹੈ, 1 ਨੰਬਰ ਪਲੇਟ ਪਹਿਲਾਂ ਤਾਂ ਫਿਨਿਸ਼ ਕਰਨੀ ਹੈ, ਉਹ ਕੱਲੀ ਚੁਕੰਦਰ ਨੂੰ ਰੋਟੀ ਦੇ ਨਾਲ ਚਬਾਵੇ। ਤੁਸੀਂ ਰੋਟੀ ਵੀ ਖਾ ਰਹੇ ਹੋ, ਨਾਲ ਚੁਕੰਦਰ ਨੂੰ ਵੀ ਚਬਾਉਣਾ ਹੈਗਾ, ਉਹ ਸਮੱਸਿਆ ਦੀ ਹੱਲ ਹੋ ਜੀ ਕੱਲੀ ਚੁਕੰਦਰ। ਅਦਰਵਾਈਜ਼ ਕੱਲੀ ਉਸ ਦੀ ਸਮੱਸਿਆ ਨੂੰ ਲੈ ਕੇ ਲੋਕ ਵੀ ਸਹਿਮਤ ਹੋਣਗੇ, ਦਰਸ਼ਕ ਵੀ ਸਹਿਮਤ ਹੋਣਗੇ, ਕਈ ਐਡਮਿਟ ਹੋਏ ਹੋਣਗੇ, ਤੇ ਜੇ ਕੰਮ ਉਹ ਕੱਲੀ ਚੁਕੰਦਰ ਕਰਦੇ ਗੈਟਿੰਗ। ਅੱਛਾ, ਦੂਸਰਾ ਚੁਕੰਦਰ ਦਾ ਕੰਮ ਕੀ ਹੈਗਾ, ਤੁਹਾਡਾ HB ਨੂੰ ਗੁੱਡ ਕੁਆਲਿਟੀ 'ਚ ਤਿਆਰ ਕਰਨਾ, ਪਲੱਸ HB ਦਾ ਲੈਵਲ ਵਧਾਉਣਾ, ਖੂਨ ਦਾ ਲੈਵਲ ਸਰੀਰ 'ਚ ਵਧਾਉਣਾ ਅਤੇ ਉਹਦੀ ਕੁਆਲਿਟੀ ਨੂੰ ਬੈਟਰ ਕਰਨਾ। ਠੀਕ ਹੈ। ਹੁਣ ਅੱਗੇ ਜਿਵੇਂ ਗਾਜਰ ਪਈ ਹੋਈ ਹੈ, ਵਿਟਾਮਿਨ A, ਬੀਟਾ ਕੈਰੋਟੀਨ, ਰਿਚ ਸੋਰਸ। ਅੱਛਾ, ਇੱਕ ਚੀਜ਼ ਮੈਂ ਹੋਰ ਦਰਸ਼ਕਾਂ ਨੂੰ ਦੱਸ ਦਿਆਂ, ਪੂਰੇ ਸਾਲ ਦੇ ਵਿੱਚ ਮੈਂ ਅੱਗੇ ਵੀ ਪਹਿਲਾਂ ਵੀ ਵੀਡੀਓ 'ਚ ਬੋਲ ਗਿਆ, ਗਾਜਰ ਸਿਰਫ ਸਰਦੀਆਂ 'ਚ ਹੀ ਆਉਂਦੀ ਹੈ, ਇਹਨੂੰ ਨੋਟ ਕਰ ਲਓ ਕਿਰਪਾ ਕਰਕੇ। ਕਈ ਜੂਨ ਦੇ ਮਹੀਨੇ 'ਚ ਗਾਜਰ ਦਾ ਸਲਾਦ ਖਾ ਰਹੇ ਹੁੰਦੇ ਨੇ, ਤਾਂ ਜਗੂ ਇਸ ਤਰ੍ਹਾਂ ਕਰਦਾ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਗਾਜਰ ਸਰਦੀਆਂ ਦੀ ਸਬਜ਼ੀ ਹੈ, ਸਰਦੀਆਂ ਦੇ ਵਿੱਚ ਇਹਨੂੰ ਅਗਰ ਤੁਸੀਂ ਖਾਂਦੇ ਹੋ, ਫ੍ਰੀ ਦੇ ਵਿੱਚ ਅੱਖਾਂ ਦਾ ਡਾਕਟਰ ਹੈ, ਮੁਫਤ ਦੇ ਵਿੱਚ, ਨਹੀਂ ਤਾਂ ਬਹੁਤ ਫੀਸ ਹੈ। ਠੀਕ ਹੈ, ਬਹੁਤ ਖਰਚਾ ਹੈ। ਵਿਟਾਮਿਨ A, ਅੱਛਾ ਖਾਲੀ ਇਹਨੇ ਵਿਟਾਮਿਨ A ਨਹੀਂ, ਇਹਨੇ ਤੁਹਾਡੇ ਅੰਦਰ HB ਦੀ ਕੁਆਲਿਟੀ, ਖੂਨ ਦੀ ਕੁਆਲਿਟੀ ਨੂੰ ਬੈਟਰ ਵੀ ਕਰਨਾ ਹੈ ਔਰ ਖੂਨ ਨੂੰ ਵਧਾਉਣਾ ਵੀ ਹੈਗਾ। ਰੈਗੂਲਰ 200 ਗ੍ਰਾਮ ਗਾਜਰ ਫਿਕਸ ਕਰ ਲਓ ਸਰਦੀਆਂ ਨੈਚੁਰਲੀ ਸਰਦੀਆਂ 'ਚ ਆਉਂਦੀ ਤਾਂ ਸਰਦੀਆਂ 'ਚ ਹੀ ਖਾਵਾਂਗੇ। ਔਰ ਇਹਦਾ ਇੱਕ ਕਾਰਨ ਹੋਰ ਵੀ ਆ, ਤੁਸੀਂ ਕਿਉਂਕਿ ਸਰਦੀ 'ਚ ਆਉਂਦੀ ਹੈ ਤਾਂ ਇਹਦੇ ਉੱਤੇ ਪੈਸਟੀਸਾਈਡ, ਫਰਟੀਲਾਈਜ਼ਰ ਘੱਟ ਯੂਜ਼ ਹੁੰਦਾ। ਨੋਰਮਲ ਤੁਸੀਂ ਸਬਜ਼ੀ ਮੰਡੀ 'ਚੋਂ ਵੀ ਲਵੋਗੇ ਤਾਂ ਤੁਹਾਨੂੰ ਅੱਛੀ ਕੁਆਲਿਟੀ ਦੀ ਮਿਲਣ ਦੇ ਚਾਂਸ ਜ਼ਿਆਦਾ ਨੇ। ਹਾਂ, ਜੂਨ ਦੇ ਮਹੀਨੇ 'ਚ ਮੰਗੋਗੇ ਤਾਂ ਮੰਡੀ ਨੇ ਉਹਦੀ ਪੂਰਤੀ ਕਰਨ ਵਾਸਤੇ ਬਹੁਤ ਕੁਛ ਇਹਦਾ ਨਾਲ ਕੀਤਾ ਹੋਏਗਾ। ਠੀਕ ਹੈ, ਤਾਂ ਇਹਨੂੰ ਵਿਟਾਮਿਨ A ਤਾਂ ਮਿਲੇਗਾ, ਅੱਖਾਂ ਦੀ ਵਾਸਤੇ ਤਾਂ ਦੇਗਾ, ਚਮੜੀ ਵਾਸਤੇ ਅਲਟੀਮੇਟ ਚੀਜ਼ ਹੈ, ਤੁਹਾਡੇ ਲੀਵਰ ਵਾਸਤੇ ਬਹੁਤ ਅੱਛੀ ਚੀਜ਼ ਹੈ। ਔਰ ਜਦੋਂ ਇਹ ਹਾਰਟ ਤੁਹਾਡੇ ਬਲੱਡ ਦੀ ਕੁਆਲਿਟੀ ਨੂੰ ਬੈਟਰ ਕਰਦੀ ਹੈ, ਹਾਰਟ ਦੀ ਪੰਪਿੰਗ ਵੀ ਬਹੁਤ ਅੱਛੀ ਹੋ ਜਾਂਦੀ, ਸਮੂਥ ਹੋ ਜਾਂਦੀ ਹੈ। ਔਰ ਜਦੋਂ ਤੁਹਾਡੇ ਬਲੱਡ ਦਾ ਸਰਕੂਲੇਸ਼ਨ ਸਮੂਥ ਹੈ, ਤੁਹਾਡਾ ਸੁਭਾਅ ਖੁਸ਼ਨੁਮਾ ਹੁੰਦਾ ਹੈ, ਤੁਸੀਂ ਬਹੁਤ ਹੀ ਤੁਹਾਡੇ ਸੁਭਾਅ 'ਚ ਬੜਾ ਇੱਕ ਅਲਟੀਮੇਟ ਚੇਂਜ ਆ ਜਾਂਦਾ, ਬਦਲਾਵ ਆ ਜਾਂਦਾ, ਔਰ ਤੁਹਾਡੇ ਸਰੀਰ ਦੇ ਵਿੱਚ ਇੱਕ ਠਹਿਰਾਓ ਸ਼ੁਰੂ ਹੋ ਜਾਂਦਾ। ਠਹਿਰਾਓ ਦਾ ਕਾਲਾਪਨ ਖਤਮ ਹੋ ਜਾਂਦਾ, ਨੋਜ਼ੀਆ ਜਿਹਨੂੰ ਕਹਿ ਦਿੰਦੇ ਆ, ਉਹ ਖਤਮ ਕਰ ਦਿੰਦੀ ਹੈ ਕੱਲੀ ਗਾਜਰ। ਹੁਣ ਦੇਖੋ ਕਿੰਨੇ ਗੁਣ ਮੈਂ ਗਾਜਰ ਦੇ ਦੱਸਦੇ ਆ। ਅਗਰ ਤੁਸੀਂ ਫਾਰੂਕੀ ਜੀ ਇੰਨੇ ਗੁਣਾਂ ਵਾਲਾ ਇੱਕ ਡਾਕਟਰ ਲੱਭ ਕੇ ਦੱਸਿਆ ਹੁੰਦਾ ਤਾਂ ਭੀੜ ਲੱਗ ਜਾਣੀ ਸੀ। ਗਾਜਰ ਸਭ ਦੇ ਘਰ ਦੇ ਬਾਹਰ ਸ਼ਾਇਦ ਕੋਈ ਠੇਲੇ ਵਾਲਾ ਆਵਾਜ਼ ਦਿੰਦਾ ਪਿਆ ਹੋਵੇ, ਗਾਜਰ ਲੈ ਲਓ, ਉਹਨੂੰ ਭਾਵੇਂ ਉਹ ਆਪਾਂ 40 ਰੁਪਏ 30 ਦੀ ਲੈਣ ਦੀ ਕੋਸ਼ਿਸ਼ ਕਰੀਏ, ਲੇਕਿਨ ਗੁਣ ਅਸੀਂ ਮੇਨ ਗੁਣਾਂ ਨੂੰ ਦੇਖੀਏ। ਨੇਚਰ ਨੇ ਨਾ ਬਾਡੀ ਬੜੀ ਸਿੰਪਲ ਬਣਾਈ ਹੈ, ਇਹਦੇ ਪ੍ਰਾਵਧਾਨ ਵੀ ਅਤੇ ਇਲਾਜ ਵੀ ਸਿੰਪਲ ਦਿੱਤੇ ਆ। ਅੱਛਾ, ਇੱਕ ਹੋਰ ਬੜਾ ਅਹਿਮ ਸਵਾਲ ਹੈ ਇੱਥੇ, ਬਹੁਤ ਸਾਰੀਆਂ ਪ੍ਰਸਥਿਤੀਆਂ ਜਿਹੜੀਆਂ ਅਸੀਂ ਕਹਿ ਲਏ, ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਐਂ ਹੋ ਜਾਂਦੀਆਂ ਨੇ ਕਿ ਨਾ ਤਾਂ ਸਾਡੇ ਕੋਲ ਫਰੂਟ ਖਾਣ ਦਾ ਟਾਈਮ ਹੁੰਦਾ ਅਤੇ ਨਾ ਸਾਡੇ ਕੋਲ ਜਿਹੜਾ ਸੈਲਡ ਵਾਸਤੇ ਕੋਈ ਅਸੀਂ ਸਮਾਂ ਦੇ ਪਾਉਣੇ ਆ, ਕਈ ਵਾਰ ਇਸ ਤਰ੍ਹਾਂ ਦਾ ਹੋ ਜਾਂਦਾ ਅਤੇ ਫਿਰ ਉਹਦਾ ਕੋਈ ਹੱਲ ਤੁਸੀਂ ਲੱਭਿਆ? ਬਿਲਕੁਲ ਹੱਲ ਹੈਗਾ ਜੀ, ਮੈਂ ਹੱਲ 'ਤੇ ਵੀ ਆਊਂਗਾ। ਇੱਕ ਪਲੇਟ ਨੰਬਰ 2 ਰਹਿ ਗਈ ਆਪਣੀ, ਮੈਂ ਥੋੜ੍ਹਾ ਜਿਹਾ ਉਹਨੂੰ ਵੀ ਦੱਸ ਦੇਵਾਂ ਦਰਸ਼ਕਾਂ ਨੂੰ। ਇਹ ਆਪਾਂ ਹੱਥ 'ਚ ਹੀ ਫੜ ਲੈਂਦੇ ਹਾਂ। ਇਹ ਸਵੇਰ ਦੇ ਖਾਣੇ ਤੋਂ 2 ਘੰਟੇ ਬਾਅਦ ਖਾਣੀ ਹੈ। ਸਵੇਰ ਦੇ ਖਾਣੇ 2 ਘੰਟੇ ਤੋਂ ਬਾਅਦ ਖਾਣ ਦਾ ਮਤਲਬ ਸਮਝ ਲਓ। ਸਭ ਤੋਂ ਪਹਿਲੀ ਚੀਜ਼ ਹੈਗੀ ਕਿ ਜਦੋਂ ਤੁਸੀਂ ਖਾਣਾ ਸੁਬਾਹ ਬ੍ਰੇਕਫਾਸਟ ਕੀਤਾ, ਕਿਸੇ ਨੇ 8 ਵਜੇ ਕੀਤਾ, 9 ਵਜੇ ਕੀਤਾ, ਠੀਕ 2 ਘੰਟੇ ਬਾਅਦ ਜਦੋਂ ਤੁਸੀਂ ਇਹ ਵਾਲੀ ਪਲੇਟ ਨੂੰ ਕੰਟੀਨਿਊ ਕਰੋਗੇ, ਇਹ ਵਾਲੀ ਪਲੇਟ ਨੂੰ ਜਿਵੇਂ ਕੰਟੀਨਿਊ ਕਰੋਗੇ ਤਾਂ ਇਹਦੇ ਵਿੱਚ ਉਹ ਨਿਊਟ੍ਰੀਸ਼ਨ ਵੈਲਿਊ ਬਾਡੀ ਨੂੰ ਮਿਲਣੀ ਹੈ ਜਿਹਦੇ ਨਾਲ
ਤੁਹਾਡਾ 2 ਘੰਟੇ ਪਹਿਲਾਂ ਖਾਧਾ ਗਿਆ ਖਾਣੇ ਦੇ ਲਈ ਗੁੱਡ ਐਂਜ਼ਾਈਮ ਬੋਡੀ ਬਣਾ ਦੇਗੀ, ਲੀਵਰ ਅੱਛੇ ਜੂਸ ਬਣਾ ਦੇਗਾ। ਜਿਹੜਾ ਖਾਣਾ ਤੁਹਾਡਾ 4 ਘੰਟੇ 'ਚ ਡਾਈਜੈਸਟ ਹੁੰਦਾ ਹੈ, ਉਹ ਅਗਲੇ 2 ਤੋਂ 2.5 ਘੰਟੇ ਡਾਈਜੈਸਟ ਹੋਣ ਲੱਗ ਪਏਗਾ, ਜਿਹਦੇ ਨਾਲ ਰਾਈਟ ਟਾਈਮ 'ਤੇ ਦੁਪਹਿਰੇ ਭੁੱਖ ਲੱਗੇਗੀ। ਹੁਣ ਇੰਨਾ ਕੁ ਕੰਮ ਤੁਹਾਡੀ ਆਪਣੀ ਪ੍ਰੈਕਟਿਸ ਦਾ, ਠੀਕ ਹੈ। ਹੁਣ ਮੈਂ ਅਗਰ ਇਹਨਾਂ ਦੇ ਵਿੱਚ ਹੁਣ 4-5 ਤਰ੍ਹਾਂ ਦੇ ਫਰੂਟਸ ਪਏ, ਜਿਵੇਂ ਹੁਣ ਕੇਲਾ ਪਿਆ ਹੋਇਆ, ਹੁਣ ਕੇਲੇ ਦੇ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਆ, ਅਤੇ ਇਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਪ੍ਰੈਗਨੈਂਸੀ 'ਚ, ਔਰ ਜਿਹੜਾ ਬੱਚਾ ਹੁਣੇ ਪੈਦਾ ਹੋਇਆ ਉਹਦੇ ਲਈ ਇਹ ਇੱਕ ਉਹ ਰॉ ਮਟੀਰੀਅਲ ਹੈ ਜਿਹੜਾ ਇਸ ਧਰਤੀ 'ਤੇ ਕੋਈ ਡਾਕਟਰ ਨਹੀਂ ਦੇ ਸਕਦਾ ਹੈਗਾ। ਮਾਂ ਦਾ ਦੁੱਧ ਅਤੇ ਦੂਸਰੇ ਨੰਬਰ 'ਤੇ ਕੇਲਾ ਹੁੰਦਾ, ਠੀਕ ਹੈ। ਪੋਟਾਸ਼ੀਅਮ ਜੋ ਤੁਹਾਡੇ ਮਸਲ, ਮੈਗਨੀਸ਼ੀਅਮ ਜੋ ਤੁਹਾਡੇ ਮਸਲ, ਪੋਟਾਸ਼ੀਅਮ ਜੋ ਤੁਹਾਡੀ ਕਿਡਨੀ, ਹਾਰਟ ਔਰ ਲੰਗਸ ਔਰ ਸਕਿਨ, ਔਰ ਇਸ ਤੋਂ ਇਲਾਵਾ ਕੈਲਸ਼ੀਅਮ ਜੋ ਤੁਹਾਡੀ ਹੱਡੀ, ਬ੍ਰੇਨ ਔਰ ਬਲੱਡ ਦੀ ਕੁਆਲਿਟੀ ਲਈ। ਇਹਨਾਂ ਤਿੰਨਾਂ ਚੀਜ਼ਾਂ ਦਾ ਇੰਨਾ ਅੱਛਾ ਇੱਕ ਮਾਸਟਰ ਕੰਬੀਨੇਸ਼ਨ ਕੀਤਾ ਨੇਚਰ ਨੇ ਇਹਦੇ ਵਿੱਚ। ਇਸ ਤਰ੍ਹਾਂ ਦੀ ਕੋਈ ਟੈਬਲੇਟ ਨਹੀਂ ਬਣਾ ਸਕਦਾ ਜਿਹੋ ਜਿਹਾ ਕੁਦਰਤ ਨੇ ਬਣਾਇਆ ਹੈਗਾ। ਕੇਲੇ ਨੂੰ ਨੋ ਡਾਊਟ ਕਿ ਅਸੀਂ ਚੁਟਕਲੇ ਬਣਾ ਲੈਂਦੇ ਹਾਂ, ਕੇਲੇ ਦੀ ਕਿਸੇ ਦਿਨ ਦਵਾਈ ਬਣਾ ਕੇ ਵੀ ਖਾਓ, ਠੀਕ ਹੈ। ਲੋਕ ਅੰਦਰੋਂ ਕੇਲਾ ਖਾ ਲੈਂਦੇ, ਛਿਲਕਾ ਸੁੱਟ ਦਿੰਦੇ ਆ। ਮੈਂ ਕਹਿੰਦਾ ਵੀ ਕੇਲਾ ਦੇ ਛਿਲਕਾ ਸੁੱਟਣ ਤੋਂ ਪਹਿਲਾਂ ਸਿਰਫ 2 ਮਿੰਟ ਉਸ ਛਿਲਕੇ ਨੂੰ ਆਪਣੇ ਫੇਸ 'ਤੇ ਘੁਮਾ ਲਓ। ਬਿਹਤਰੀਨ ਕਾਸਮੈਟਿਕ ਪ੍ਰੋਡਕਟ ਹੈ, ਠੀਕ ਹੈ। ਬਿਹਤਰੀਨ ਕਾਸਮੈਟਿਕ, ਜਿੰਨਾ ਵੀ ਡਰਾਈਨੈਸ ਹੈ ਔਰ ਜਿਸ ਤਰ੍ਹਾਂ ਦੀ ਵੀ ਤੁਹਾਡੀ ਸਕਿਨ ਹੈ, ਆਇਲੀ ਹੈ ਜਾਂ ਡਰਾਈ ਹੈ, ਸਭ ਨੂੰ ਨਿਊਟਰਲ ਕਰ ਦਿੰਦਾ ਹੈ, ਔਰ ਤੁਹਾਡੇ ਫੇਸ 'ਤੇ ਰੌਣਕ ਵੱਧ ਜਾਂਦੀ ਹੈਗੀ ਆ। ਰਾਈਟਿੰਗ ਆਈਜ਼ ਦੇ ਉੱਪਰ ਉਹਨੂੰ ਸਕਰਬ ਕਰੋਗੇ, ਮੈਗਨੀਸ਼ੀਅਮ ਹੈ, ਪੋਟਾਸ਼ੀਅਮ ਹੈ, ਕੈਲਸ਼ੀਅਮ ਹੈ, ਆਈ ਸਾਈਡ ਦੇ ਉੱਪਰ ਬੜੀ ਅੱਛੀ ਇੰਪਰੂਵਮੈਂਟ ਆਉਂਦੀ ਹੈ। ਮੈਂ ਖਾਣ ਵਾਲੇ ਦੀ ਵੀ ਗੱਲ ਕਰ ਰਿਹਾ, ਅਤੇ ਉਹਨੂੰ ਜਿਹਨੇ ਕਵਰ ਕਰਕੇ ਰੱਖਿਆ ਉਹਦੀ ਵੀ ਗੱਲ ਕਰ। ਸੋ ਇਹ ਤਾਂ ਇੱਕ ਹੋ ਗਿਆ, ਅਗਰ ਬਰੀਫ ਕਰਾਂਗੇ ਤਾਂ ਲੰਬੀ ਚੱਲ ਜਾਏਗੀ ਵੀਡੀਓ। ਤਾਂ ਮੇਰੀ ਇਹ ਗੁਜ਼ਾਰਿਸ਼ ਹੈ ਦਰਸ਼ਕਾਂ ਨੂੰ ਕਿ ਚੰਗਾ ਡਾਕਟਰ ਲੱਭਣ ਨਾਲੋਂ ਜ਼ਿਆਦਾ ਬੈਟਰ ਹੈ ਕਿ ਚੰਗੇ ਗਿਆਨ ਵਾਲੀ ਵੀਡੀਓ ਦੇਖੋ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰੋ। ਇੱਕ ਡਾਕਟਰ ਨੂੰ ਸਾਲ ਦਾ 50,000 ਦੇਣ ਨਾਲੋਂ ਕਿਤੇ ਜ਼ਿਆਦਾ ਬੈਟਰ ਹੈਗਾ ਹੈ ਕਿ ਅਸੀਂ ਘਰ ਦੇ ਵਿੱਚ 500-700 ਦੇ 1000 ਰੁਪਏ ਤੱਕ ਦੇ ਫਰੂਟਸ ਔਰ ਸਲਾਦ ਦੀ ਇੱਕ ਆਦਤ ਮੇਨਟੇਨ ਕਰ ਦਈਏ। ਕੈਟਿੰਗ ਹੁਣ ਦੂਸਰੀ ਗੱਲ ਆ ਗਈ ਕਿ ਜਿਹੜਾ ਕਹਿੰਦਾ ਜੀ ਮੈਂ ਇਹ ਵੀ ਚੀਜ਼ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਟਾਈਮ ਦੀ ਕਮੀ ਹੈ, ਉਹ ਕਹਿੰਦਾ ਮੈਂ ਨਹੀਂ ਕਰ ਸਕਦਾ, ਉਹਦੇ ਵਾਸਤੇ ਕੀ ਆ। ਔਰ ਮੈਨੂੰ ਪਤਾ ਵੀ ਸੀ ਕਿ ਤੁਸੀਂ ਇਹ ਕੁਐਸਚਨ ਰੱਖਣਾ ਮੇਰੇ ਅੱਗੇ, ਕਿਉਂਕਿ ਸਾਰਿਆਂ ਨੂੰ ਜਿੰਨੀ ਵੈਰਾਈਟੀ ਲੱਗ ਰਹੀ ਹੈ ਨਾ, ਤੇ ਕਈਆਂ ਦੇ ਮਾਈਂਡ ਦੇ ਵਿੱਚ ਚੱਲ ਰਿਹਾ ਅੱਛਾ ਹੁਣ ਪਹਿਲਾਂ ਮੈਨੂੰ ਟਮਾਟਰ ਖਰੀਦਣੇ ਪੈਣਗੇ, ਫਿਰ ਮੈਨੂੰ ਗਾਜਰ ਖਰੀਦਣੀ ਪਊਗੀ। ਉਹਦੇ ਲਈ ਇੱਕ ਸਿੰਗਲ ਫਾਰਮੂਲਾ ਬਣਾ ਦਿੱਤਾ ਗਿਆ। ਉਹ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਅਸੀਂ ਸੈੱਲ ਫੂਡ ਬੋਲਦੇ ਹਾਂ। ਕੀ ਕਹਿੰਦੇ? ਸੈੱਲ ਫੂਡ ਸੈੱਲ ਫੂਡ ਬੋਲਦੇ ਹਾਂ। ਮੀਨਸ ਇਹ ਸਾਰੇ ਖਾਧੇ ਗਏ ਖਾਣੇ ਨੇ ਐਟ ਦਾ ਐਂਡ ਤੁਹਾਡੇ ਸੈੱਲ ਦੀ ਖੁਰਾਕ ਬਣਨਾ ਹੈ, ਨਾ ਕਿ ਸਿਰਫ ਅਸੀਂ ਪੇਟ ਦੀ ਖੁਰਾਕ ਤੱਕ ਖੜ੍ਹੇ ਹਾਂ। ਨਾਰਮਲੀ ਆਮ ਬੰਦੇ ਦੀ ਜਿਹੜੀ ਨੌਲੇਜ ਹੈ ਉਹ ਪੇਟ ਤੱਕ ਹੈ, ਪੇਟ ਤੋਂ ਵੀ ਛੱਡੋ ਢਕਾਰ ਤੱਕ ਹੈ। ਪਹਿਲਾ ਢਕਾਰ ਆ ਗਿਆ, ਉਹ ਕਹਿੰਦਾ ਜੀ ਹੁਣ ਇੱਕ ਹੀ ਖਾਵਾਂਗੇ। ਦੂਜਾ ਢਕਾਰ ਆ ਗਿਆ, ਉਹ ਕਹਿੰਦੇ 2 ਹੋ ਗਈਆਂ ਨੇ, ਮਨ ਤਾਂ ਨਹੀਂ ਕਰਦਾ ਪਰ ਸਾਗ ਸਵਾਦ ਬੜਾ, ਇੱਕ ਹੋਰ ਲਿਆ। ਉਹ ਤੀਸਰੇ ਢਕਾਰ ਤੱਕ ਜਾਂਦਾ ਜਾਂਦਾ ਉਹ ਕਹਿੰਦਾ ਲਓ ਵੀ ਮਨ ਨਹੀਂ ਭਰਿਆ ਲੇਕਿਨ ਮੈਂ ਥੱਕ ਗਿਆ ਇੱਕ ਵਾਰੀ, ਬਾਕੀ ਦੀ ਕਸਰ ਦੁਪਹਿਰੇ ਕੱਢਾਂਗੇ। ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਸਾਡੀ ਨੌਲੇਜ ਢਕਾਰ ਤੱਕ ਹੈ, ਮੈਕਸੀਮਮ ਪੇਟ ਤੱਕ ਹੈ ਅਤੇ ਪੇਟ ਦੇ ਸਾਈਜ਼ ਤੱਕ ਹੈ, ਠੀਕ ਹੈ। ਉਸ ਤੋਂ ਬਾਅਦ ਮੇਰੇ ਵਰਗਾ ਸ਼ੀਸ਼ੇ ਦੇ ਮੂਹਰੇ ਖੜ੍ਹ ਕੇ ਅੰਦਰ ਨੂੰ ਪੇਟ ਖਿੱਚ ਕੇ ਕਰ ਰਿਹਾ ਹੁੰਦਾ ਕਿ ਨਾਲੋਂ ਕੱਪੜੇ ਨਾ ਟਾਈਟ ਹੋ ਗਏ ਨੇ, ਕੋਸ਼ਿਸ਼ ਕਰ ਰਿਹਾ। ਵਿਆਹ ਆਉਣ ਵਾਲਾ, ਹੁਣ ਸਰਦੀਆਂ ਦਾ ਮੌਸਮ ਹੈ, ਕਈਆਂ ਨੂੰ ਪੁਰਾਣੇ ਸਰਦੀਆਂ ਵਾਲਿਆਂ ਨੂੰ ਪੂਰੇ ਨਹੀਂ ਆਉਣੇ, ਠੀਕ ਹੈ, ਅਤੇ ਨਾਲੇ ਕਹਿ ਰਹੇ ਹੋ ਪੇਟ ਘਟਾਈਏ ਯਾਰ। ਤਾਂ ਉਹ ਕਹਿਣ ਦਾ ਮਤਲਬ ਕੀ ਹੈਗਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ 1 ਨੰਬਰ ਪਲੇਟ ਹੈ, 2 ਨੰਬਰ ਪਲੇਟ ਹੈ, ਇਹਨਾਂ ਦਾ ਰੋਲ ਇਕੱਲੇ ਪੇਟ ਤੱਕ ਨਹੀਂ, ਇਹਨਾਂ ਨੇ ਸੈੱਲ ਦੀ ਖੁਰਾਕ ਬਣਨਾ ਹੈ। ਬਟ ਇਹ ਪਹਿਲਾਂ ਹੀ ਸੈੱਲ ਫੂਡ ਹੈ। 84 ਤਰ੍ਹਾਂ ਦੇ ਉਹ ਮਿਨਰਲਸ ਜਿਹੜੇ ਜ਼ਮੀਨ ਦੇ ਵਿੱਚ, ਸਾਡੀ ਧਰਤੀ ਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਦੇ ਰੂਪ ਦੇ ਵਿੱਚ ਔਰ ਨਿਊਟ੍ਰੀਐਂਟਸ ਦੇ ਰੂਪ ਦੇ ਵਿੱਚ ਸਾਡੇ ਸਬਜ਼ੀਆਂ ਅਤੇ ਸਾਡੇ ਫਰੂਟਸ ਦੇ ਵਿੱਚ ਐਡ ਆਨ ਹੋ ਕੇ ਆਉਂਦੇ ਨੇ। ਫਿਰ ਆਪਾਂ ਅਲੱਗ-ਅਲੱਗ ਰੂਪ 'ਚ ਫਰੂਟ ਨੂੰ ਖਾਂਦੇ ਹਾਂ। ਉਸ ਤੋਂ ਬਾਅਦ ਪੇਟ ਦੇ ਅੰਦਰ ਜਿਵੇਂ ਗਿਆ, ਅੰਦਰ ਆਇਨਿਕ ਫਾਰਮ 'ਚ ਕਨਵਰਟ ਹੁੰਦੀ ਹੈ, ਔਰ ਆਇਨਿਕ ਫਾਰਮ 'ਚ ਜਦੋਂ ਖਾਧੀ ਗਈ ਚੀਜ਼ ਕਨਵਰਟ ਹੁੰਦੀ ਹੈ, ਉਹ 100 ਦੇ ਵਿੱਚੋਂ 25% ਹੀ ਕਨਵਰਟ ਹੁੰਦੀ, 75% ਬਾਡੀ ਉਹਨੂੰ ਵੇਸਟ ਕਰ ਦਿੰਦੀ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਖੁਰਾਕ ਉਹ ਬਾਡੀ ਦੇ ਉੱਤੇ ਇੰਪੈਕਟ ਕਰੇਗੀ ਜਿਹੜੀ ਸੈੱਲ ਤੱਕ ਪਹੁੰਚੀ, ਨਾ ਕਿ ਜਿਹੜੀ ਪੇਟ ਤੱਕ ਪਹੁੰਚੀ। ਇਹਨੂੰ ਸੈੱਲ ਫੂਡ ਕਿਉਂ ਕਹਿੰਦੇ ਆ? ਇਹ ਆਲਰੇਡੀ ਪਹਿਲਾਂ ਹੀ ਆਇਨਿਕ ਫਾਰਮ 'ਚ ਹੈ। ਇਹਨੂੰ ਤੁਸੀਂ ਨਵੇਂ ਜੰਮੇ ਬੱਚੇ ਨੂੰ 1 ਬੂੰਦ ਦੇ ਦਿਓ, ਜਿਵੇਂ ਮਾਂ ਦਾ ਦੁੱਧ ਦਿੰਦੇ ਆ ਜਾਂ ਹਣੀ ਦਿੰਦੇ ਆ, ਜਾਂ ਤੁਸੀਂ ਉਹਨੂੰ ਇੱਕ ਡਾਈਟ ਦੀ ਤਰ੍ਹਾਂ ਆਪਣੇ ਖਾਣੇ ਦੇ ਵਿੱਚ ਐਡ ਕਰ ਲਓ। ਇਹਨੇ ਡਾਇਰੈਕਟ ਸੈੱਲ ਦੇ ਮੈਂਬਰਨ ਤੱਕ ਅਪਰੋਚ ਕਰਨੀ ਹੈ। ਹੁਣ ਇਹਦੀ ਥੋੜ੍ਹਾ ਜਿਹਾ ਟੈਕਨੀਕਲ ਹੋ ਜਾਏਗਾ, ਲੇਕਿਨ ਦਰਸ਼ਕਾਂ ਨੂੰ ਦੀ ਵੈਲਿਊ ਸਮਝ ਲੱਗ ਜੀ ਹੈ ਕੀ। ਇਹ ਅਸਲ ਵਿੱਚ ਮੈਗਨੀਸ਼ੀਅਮ ਥੈਰੇਪੀ ਹੈ। ਮੈਗਨੀਸ਼ੀਅਮ ਥੈਰੇਪੀ? ਹਾਂਜੀ, ਮੈਗਨੀਸ਼ੀਅਮ ਥੈਰੇਪੀ
ਇਹ ਬੇਸਿਕਲੀ USA ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਏਸ਼ੀਆ ਦੇ ਵਿੱਚ ਸਾਡੀ ਸੰਸਥਾ ਪਿਛਲੇ 14-15 ਸਾਲਾਂ ਦੇ ਵਿੱਚ ਤੋਂ ਇਹਨੂੰ ਥੈਰੇਪੀ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਇਹਦੇ ਮਲਟੀਪਲ ਯੂਜ਼ਸ ਨੇ। ਜਿਹੜਾ ਬੱਚਾ ਹੁਣੇ ਪੈਦਾ ਹੋਇਆ ਉਹਨੂੰ ਇਹਦੀ ਗੁੜਤੀ ਦੇ ਦਿਓ। ਜਿਹੜੇ ਬੱਚੇ ਨੇ ਗਰੋਥ ਕਰਨੀ ਹੋ ਉਹਨੂੰ ਡਾਈਟ ਦੇ ਤੌਰ ਤੇ ਇੱਕ ਬੂੰਦ ਰੋਜ਼ ਦੇ ਦਿਓ। ਹੁਣ ਮੈਗਨੀਸ਼ੀਅਮ ਨੂੰ ਜੇ ਤੁਸੀਂ ਪੜ੍ਹਦੇ ਹੋ ਤਾਂ ਬਿਨਾਂ ਮੈਗਨੀਸ਼ੀਅਮ ਤੋਂ ਕੈਲਸ਼ੀਅਮ ਹੱਡੀ ਨਹੀਂ ਬਣਾ ਸਕਦਾ। ਬਿਨਾਂ ਮੈਗਨੀਸ਼ੀਅਮ ਤੋਂ ਤੁਹਾਡੇ ਜਿਹੜੇ ਹਾਰਟ ਦੇ ਵਰਕ ਨੇ, ਤੁਹਾਡੇ ਬਲੱਡ ਦੇ ਵਰਕ ਨੇ, ਪਲੱਸ ਬਿਨਾਂ ਮੈਗਨੀਸ਼ੀਅਮ ਤੋਂ ਤੁਹਾਡੇ ਬ੍ਰੇਨ ਦੀ ਐਫੀਸ਼ੀਐਂਸੀ ਨਹੀਂ ਵੱਧ ਸਕਦੀ। ਬਿਨਾਂ ਮੈਗਨੀਸ਼ੀਅਮ ਤੋਂ ਟੁੱਟਿਆ ਸੈੱਲ ਦੁਬਾਰਾ ਨਹੀਂ ਤਿਆਰ ਹੋ ਸਕਦਾ, ਕਿਉਂਕਿ ਹਰ ਸੈੱਲ ਨੂੰ ਦੁਬਾਰਾ ਜਿੰਦਾ ਹੋਣ ਲਈ ਮੈਗਨੀਸ਼ੀਅਮ ਚਾਹੀਦਾ ਹੈ। ਇਸੇ ਕਰਕੇ ਇਹਨੂੰ ਸੈੱਲ ਫੂਡ ਕਹਿੰਦੇ ਨੇ। ਹਾਂ, ਮੈਗਨੀਸ਼ੀਅਮ ਤਾਂ ਸਾਨੂੰ ਡਰਾਈ ਫਰੂਟ 'ਚ ਵੀ ਮਿਲ ਜਾਂਦਾ ਹੈ, ਮੈਗਨੀਸ਼ੀਅਮ ਸਾਨੂੰ ਫਰੂਟ 'ਚ ਵੀ ਮਿਲ ਜਾਂਦਾ ਹੈ। ਸਵਾਲ ਫਿਰ ਉਹੀ, ਜਿਹੜਾ ਵਾਇਆ ਫੂਡ ਖਾਵਾਂਗੇ ਬੋਡੀ ਉਹਦੀ ਵੇਸਟੇਜ ਕਰੇਗੀ, ਬਾਕੀ ਦਾ ਹਿੱਸਾ ਆਇਨਿਕ 'ਚ ਜਾਏਗਾ। 4 ਰੋਟੀਆਂ ਖਾਧੀਆਂ ਤਾਂ 3 ਨੇ ਵੇਸਟ ਹੋ ਗਈਆਂ, ਇੱਕ ਆਇਨਿਕ ਫਾਰਮ 'ਚ ਕਨਵਰਟ ਹੋ ਗਈ, ਮਤਲਬ ਇੱਕ ਦੀ ਸੈੱਲ ਨੇ ਖੁਰਾਕ ਲਈ, ਇਹ ਪਹਿਲਾਂ ਹੀ ਆਇਨਿਕ 'ਚ ਹੈ। ਜੇ 10 ਬੂੰਦਾਂ ਲਈਆਂ ਨੇ, 10 ਹੀ ਸੈੱਲ ਤੱਕ ਪਹੁੰਚ ਗਈਆਂ। ਦੂਸਰੀ ਗੱਲ, ਜੇ ਪੀ ਨਹੀਂ ਸਕਦੇ ਬੋਡੀ 'ਤੇ ਅਪਲਾਈ ਕਰ ਲਓ। ਐਕਸਟਰਨਲੀ ਬੋਡੀ ਇਹਨੂੰ ਐਬਜ਼ੌਰਬ ਕਰਦੀ ਹੈ, ਕਿਉਂਕਿ ਨੈਚੁਰਲ ਹੈ। ਬੋਡੀ ਦੀ ਭੁੱਖ ਹੈ, ਬੋਡੀ ਖਿੱਚ ਲੈਂਦੀ ਹੈ। ਤੁਸੀਂ ਤਾਂ ਕਹਿੰਦੇ ਨੱਕ 'ਚ ਵੀ ਪਾ ਸਕਦੇ। ਯੈਸ, ਜਿਹੜੇ ਐਪੀਲੈਪਸੀ ਦੇ ਪੇਸ਼ੈਂਟ ਨੇ, ਜਿਹੜੇ ਮਿਰਗੀ ਦੇ ਰੋਗੀ ਨੇ, ਉਹਨਾਂ ਨੂੰ ਬਕਾਇਦਾ ਅਸੀਂ ਇਹਦੀ ਨੱਕ ਦੀ ਨੋਜ਼ ਥੈਰੇਪੀ ਦਿੰਦੇ ਹਾਂ ਨੱਕ ਦੇ ਵਿੱਚ ਪਾਉਣ ਲਈ। ਜਿਹਨਾਂ ਨੂੰ ਮਾਈਗ੍ਰੇਨ ਹੈ ਉਹਨਾਂ ਨੂੰ ਅਸੀਂ ਨੋਜ਼ ਥੈਰੇਪੀ ਦਿੰਦੇ ਹਾਂ ਨੱਕ ਦੇ ਵਿੱਚ ਪਾਉਣ ਲਈ। ਯਾਦਦਾਸ਼ਤ ਸ਼ਕਤੀ ਵੀਕ ਆ, ਆਟਿਜ਼ਮ ਦੇ ਜਿਹੜੇ ਬੱਚੇ ਪੇਸ਼ੈਂਟ ਨੇ ਬਚਪਨ ਤੋਂ, ADHD ਦੇ ਪੇਸ਼ੈਂਟ ਨੇ, ਹਾਈਪਰ ਐਕਟੀਵਿਟੀ ਬੋਡੀ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਉਹਨਾਂ ਦੇ, ਕੰਸਨਟ੍ਰੇਸ਼ਨ ਉਹਨਾਂ ਦੀ ਫੇਲੀਅਰ ਹੈ, ਇੱਕ ਚੀਜ਼ 'ਤੇ ਫੋਕਸ ਨਹੀਂ ਕਰ ਪਾਉਂਦੇ, ਉਹਨਾਂ ਲਈ ਸਭ ਤੋਂ ਬੈਸਟ ਥੈਰੇਪੀ ਹੈ ਨੈਚੁਰਲ ਥੈਰੇਪੀ। ਕੋਈ ਸਾਈਡ ਇਫੈਕਟ ਨਹੀਂ। ਨਿਊਟਰਾਸਿਊਟੀਕਲ ਦਾ ਡਾਕਟਰ ਲਾਇਨਸ ਪੌਲਿੰਗ ਦੀ ਦਿੱਤੀ ਹੋਈ ਸਟੇਟਮੈਂਟ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਆਲੀਸ਼ਾਨ, ਦਿੱਤਾ ਤਾਂ ਨੇਚਰ ਨੇ ਹੈ, ਲੇਕਿਨ ਇਨਸਾਨ ਨੇ ਆਪਣੀ ਸਮਝ ਨਾਲ ਇਹਨੂੰ ਸਮਝਿਆ ਹੈ, ਸਮਝ ਕੇ ਇਹਨੂੰ ਆਪਾਂ ਬੋਡੀ ਤੱਕ ਪ੍ਰੋਵਾਈਡ ਕਰਵਾਇਆ। ਸੋ ਇਹ ਇੱਕ ਲਾਜਵਾਬ ਇੱਕ ਚੀਜ਼ ਅਸੀਂ ਇਹਨੂੰ ਪਿਛਲੇ 15 ਸਾਲ ਤੋਂ ਇਹਨੂੰ ਅਸੀਂ ਆਪਣੇ ਟ੍ਰੀਟਮੈਂਟ 'ਚ ਯੂਜ਼ ਕਰ ਰਹੇ ਹਾਂ। ਬੜੇ ਅੱਛੇ ਰਿਜ਼ਲਟ ਸਾਨੂੰ ਮਿਲੇ। ਤੇ ਫਿਰ ਜਿਹਨੂੰ ਯੂਜ਼ ਕਿਵੇਂ ਕਰਨਾ ਜੀ? ਅਸੀਂ ਸਾਨੂੰ ਯੂਜ਼ ਦਾ ਤਰੀਕਾ ਵੀ ਦੱਸ ਦਿਓ। ਜਿਹੜੀ ਇਹ ਤੁਹਾਡਾ ਅਸੀਂ ਕਹਿ ਲਈਏ ਕਿ ਸੈੱਲਾਂ ਦਾ ਫੂਡ ਹੈਗਾ, ਸੈੱਲਾਂ ਦਾ ਭੋਜਨ ਹੈਗਾ, ਸਾਡੇ ਸਰੀਰ ਦਾ ਅਸਲੀ ਫੂਡ ਅਸੀਂ ਕਹਿ ਲਈਏ ਜੇ। ਇਹਨੂੰ ਯੂਜ਼ ਕਰਨ ਦਾ ਦੇਖੋ, ਪਹਿਲੇ ਤਾਂ ਜੇ ਬੱਚਾ ਹੈ, ਜਾਂ 1 ਸਾਲ ਦਾ ਬੱਚਾ ਹੈ ਤਾਂ ਉਹਨੂੰ ਇੱਕ ਦਿਨ ਛੱਡ ਕੇ ਇੱਕ ਡ੍ਰੌਪ ਦੇਣੀ ਹੈ। ਜੇ 2 ਸਾਲ ਦਾ ਬੱਚਾ ਹੈ ਤਾਂ ਉਹਨੂੰ ਹੁਣ ਤੁਸੀਂ ਇੱਕ ਬੂੰਦ ਦੇ ਸਕਦੇ ਹੋ। 3 ਸਾਲ ਦੇ ਬੱਚੇ ਨੂੰ 2-2 ਬੂੰਦਾਂ ਦੇ ਸਕਦੇ ਹੋ। 10 ਸਾਲ ਤੱਕ ਇਸੇ ਤਰ੍ਹਾਂ ਹੀ ਟੇਬਲ ਚੱਲਦਾ ਹੈ। ਇਸ ਤੋਂ ਅਗਲੇ ਜਿਹਨੇ 10 ਸਾਲ ਤੋਂ ਉੱਪਰਲੀ ਏਜ ਵਾਲੇ ਨੇ, ਉਹਨਾਂ ਦੀ ਪਹਿਲਾਂ ਸਕੈਨਿੰਗ ਡੋਜ਼ ਹੁੰਦੀ ਹੈ। ਸਕੈਨਿੰਗ ਡੋਜ਼ ਦਾ ਮਤਲਬ ਕੀ ਹੈ? ਜਿਵੇਂ ਤੁਸੀਂ ਇਹਨੂੰ ਲਓਗੇ, ਮੰਨ ਲਓ ਤੁਹਾਡੀ ਉਮਰ ਹੈਗੀ ਇਸ ਟਾਈਮ 40 ਸਾਲ, 40 ਸਾਲ ਪੂਰੀ ਬੋਡੀ ਚੱਲ ਚੁੱਕੀ ਹੈ। ਬੋਡੀ ਦੇ ਅੰਦਰ ਹਜ਼ਾਰਾਂ ਤਰ੍ਹਾਂ ਦੇ ਟੌਕਸਿਨ ਡਿਪੋਜ਼ਿਟ ਨੇ, ਕੁਝ ਤੁਹਾਨੂੰ ਫੀਲ ਹੋ ਰਹੇ ਨੇ, ਕੁਝ ਫੀਲ ਨਹੀਂ ਹੋ ਰਹੇ, ਕੁਝ ਬਾਹਰ ਆ ਚੁੱਕੇ ਨੇ ਬਿਮਾਰੀ ਦੇ ਰੂਪ 'ਚ। ਇਹਨੇ ਜਿਹੜੇ ਨਹੀਂ ਵੀ ਫੀਲ ਹੋ ਰਹੇ ਉਹ ਵੀ ਸੈੱਲ ਦੇ ਅੰਦਰੋਂ ਡਿਟੌਕਸੀਫਾਈ ਕਰਕੇ ਲੈ ਕੇ ਆਉਣੇ ਆ। ਉਹਨੂੰ ਕਹਿੰਦੇ ਸੀ ਸਕੈਨਿੰਗ ਡੋਜ਼। ਉਹਦੇ ਵਾਸਤੇ ਤੁਸੀਂ ਇੱਕ ਬੂੰਦ ਨੂੰ ਵਧਾ ਕੇ ਰੋਜ਼ ਦੀ ਜਿੰਨੀ ਤੁਹਾਡੀ ਉਮਰ ਉਸ ਤੱਕ ਲੈ ਕੇ ਜਾਣਾ ਹੈ। ਉਸ ਤੋਂ ਬਾਅਦ ਇਹਦੀ ਐਵਰੇਜ ਡੋਜ਼ 'ਤੇ ਆਉਣਾ ਹੁੰਦਾ ਉਹਦੇ 15 ਤੋਂ 20 ਬੂੰਦਾਂ, ਕਿਉਂਕਿ ਹਰ ਸੈੱਲ ਦੀ ਸਫਾਈ ਕਰਨੀ ਹੈ। ਔਰ ਅਸੀਂ ਹਰ ਪੇਸ਼ੈਂਟ ਨੂੰ ਕਹਿੰਦੇ ਆ ਕਿ ਹਰ ਪਰਿਵਾਰ ਨੂੰ ਕਹਿੰਦੇ ਆ ਕਿ ਆਪਣੇ ਪਰਿਵਾਰ ਦੇ ਵਿੱਚ ਹਰ ਸਾਲ 3 ਤੋਂ 4 ਮਹੀਨੇ ਤੁਸੀਂ ਇਹਦੀ ਥੈਰੇਪੀ ਕੰਟੀਨਿਊ ਰੱਖੋ। ਬਾਕੀ ਦੇ 6-7 ਮਹੀਨੇ ਤੁਹਾਡੇ ਬੜੇ ਅੱਛੇ ਨਿਕਲ ਜਾਣਗੇ। ਲੇਕਿਨ ਇਹ ਉਹਨਾਂ ਲਈ ਹੈ ਜਿਹੜੇ ਹੈਲਦੀ ਬੋਡੀ ਵਾਲੇ ਆ, ਜਿਨ੍ਹਾਂ ਅੰਦਰ ਰੋਗ ਆ ਗਿਆ, ਉਹਨਾਂ ਨੂੰ ਡਾਇਗਨੋਸ ਕਰਵਾਉਣ ਤੋਂ ਬਾਅਦ ਅਸੀਂ ਇਹਦੀ ਡਾਈਟ ਔਰ ਡੋਜ਼ ਰਿਕਮੈਂਡ ਕਰਦੇ ਹਾਂ। ਜੀ। ਅੱਛਾ, ਫਿਰ ਡਾਕਟਰ ਸਾਹਿਬ, ਜੇਕਰ ਤੁਹਾਨੂੰ ਮਿਲਣਾ ਹੋਵੇ, ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਬਹੁਤ ਜਾਣਕਾਰੀ ਭਰਪੂਰ ਤੁਸੀਂ ਵੀਡੀਓਜ਼ ਬਣਾਉਂਦੇ ਹੋ ਔਰ ਬਹੁਤ ਜਾਣਕਾਰੀ ਭਰਪੂਰ ਤੁਸੀਂ ਜਿਹੜੀ ਇਹ ਮੈਗਨੀਸ਼ੀਅਮ ਵਾਲਾ ਫਾਰਮੂਲਾ ਵੀ ਦੱਸਿਆ ਹੈ, ਜੇਕਰ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਸੰਪਰਕ ਦਾ ਤਰੀਕਾ ਕੀ ਹੈ? ਤੁਹਾਡੇ ਨਾਲ ਮਿਲਣ ਦਾ ਰਾਬਤਾ ਕੀ ਹੈ? ਦੇਖੋ ਫਾਰੂਕੀ ਜੀ, ਆਲਰੇਡੀ ਪੰਜਾਬ ਦੇ ਵਿੱਚ ਅਸੀਂ ਡਿਸਟ੍ਰਿਕਟ ਵਾਈਜ਼ ਸਾਡੇ ਸੈਂਟਰ ਨੇ, ਔਰ ਕੁਝ ਹਸਪੀਟਲਸ ਵੀ ਨੇ। ਵੈਲਨੈਸ ਸੈਂਟਰ ਸਾਡੇ ਸਬ ਤਹਿਸੀਲ ਵਾਈਜ਼ ਵੀ ਹੁਣ ਓਪਨ ਹੋ ਰਹੇ ਨੇ, ਕਿਉਂਕਿ ਬਕਾਇਦਾ ਅਸੀਂ ਪੇਸ਼ੈਂਟ ਦੇ ਵਿੱਚੋਂ ਹੀ ਕੁਝ ਵਲੰਟੀਅਰਸ ਨੂੰ ਨੈਚੁਰਲ ਸਾਇੰਸ ਦੇ ਕੋਰਸਸ ਵੀ ਦਿੰਦੇ ਹਾਂ। ਉਹਦੇ ਪਿੱਛੇ ਮਕਸਦ ਸਾਡਾ ਕੀ ਹੈਗਾ? ਮਕਸਦ ਸਾਡਾ ਇਹੀ ਹੈਗਾ ਕਿ ਦੇਖੋ, ਕੱਲਾ ਡਾਕਟਰ ਭੁੱਲਰ ਲਿਮਟਿਡ ਸਰੀਰ, ਲਿਮਟਿਡ ਸਮਾਂ ਅਤੇ ਲਿਮਟਿਡ ਉਮਰ ਲੈ ਕੇ ਪੈਦਾ ਹੋਇਆ, ਔਰ ਮੇਰੀ ਇੱਕ ਲਿਮਟ ਹੈ ਕੰਮ ਕਰਨ ਦੀ ਵੀ, ਬੋਲਣ ਦੀ ਵੀ, ਅਤੇ ਸੂਝ ਅਤੇ ਸਮਝ ਦੀ ਵੀ। ਇੱਕ ਉਮਰ ਤੋਂ ਬਾਅਦ ਮੇਰੀ ਸੂਝ ਸਮਝ ਵੀ ਘਟ ਜਾਣੀ ਹੈ, ਮਸਲ ਵੀ ਕਮਜ਼ੋਰ ਹੋ ਜਾਣੇ, ਅੱਖਾਂ ਦੀ ਰੋਸ਼ਨੀ ਵੀ ਘਟ ਜਾਣੀ ਹੈ, ਔਰ ਬੋਲਿਆ ਵੀ ਨਹੀਂ ਜਾਣਾ ਇੰਨੇ ਜੋਸ਼ 'ਚ। ਉਹਦੇ ਵਾਸਤੇ ਜ਼ਰੂਰੀ ਹੈ ਜਿੰਨਾ ਟਾਈਮ ਇਸ ਉਮਰ ਵਾਲਾ ਜੋਸ਼ ਹੈ, ਇਸ ਗਿਆਨ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਈਏ। ਔਰ ਮੈਂ ਹਰ ਪਰਿਵਾਰ ਨੂੰ ਪੰਜਾਬ ਲਈ ਡੈਡੀਕੇਟਲੀ ਕੰਮ ਕਰ ਰਹੇ ਹਾਂ। ਪੰਜਾਬ ਲਈ ਸਪੈਸ਼ਲ ਅਸੀਂ ਕਹਿੰਦੇ ਹਾਂ, ਹਰ ਪਰਿਵਾਰ 'ਚੋਂ ਇੱਕ ਮੈਂਬਰ ਦੇ ਦਿਓ ਸਾਨੂੰ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਦੀ ਵੀ ਡਾਕਟਰ ਦੇ ਦਰਵਾਜ਼ੇ 'ਤੇ ਨਹੀਂ ਚੜ੍ਹਨ ਦਿਆਂਗੇ, ਵਾਅਦਾ ਹੈ। ਉਹ ਕੀ ਕਰਦੇ ਹੋ ਜੀ ਇਸ ਤਰ੍ਹਾਂ ਦਾ? ਨੈਚੁਰਲ ਹੈਲਥ ਸਾਇੰਸ ਦਾ
ਠੇਠ ਭਾਸ਼ਾ 'ਚ ਸਰਲ ਤੇ ਸੌਖਾ ਕਰਕੇ ਇਸ ਤਰ੍ਹਾਂ ਦਾ ਗਿਆਨ ਉਹਨਾਂ ਨੂੰ ਅਸੀਂ ਡਿਲੀਵਰ ਕਰਦੇ ਹਾਂ, ਜਿਨ੍ਹਾਂ ਦੀਆਂ ਸਾਡੀਆਂ ਆਨਲਾਈਨ ਕਲਾਸਿਸ ਵੀ ਚੱਲਦੀਆਂ ਨੇ ਔਰ ਸਾਡੀਆਂ ਜਿਹੜੀਆਂ ਕਿ ਫਿਜ਼ੀਕਲੀ ਕਲਾਸਿਸ ਵੀ ਚੱਲਦੀਆਂ ਨੇ ਵਿਦ ਬੁੱਕਸ। ਸਿਲੇਬਸ ਵੀ ਮਿਲੇਗਾ ਬਕਾਇਦਾ, ਉਹਨਾਂ ਦੇ ਅਸੀਂ ਵਿੱਚ ਛੋਟੇ ਛੋਟੇ ਟੈਸਟ ਵੀ ਲੈਣੇ ਰਹਿੰਦੇ ਹਾਂ, ਅਸਾਈਨਮੈਂਟ ਵੀ ਮਿਲਣਗੀਆਂ ਤਾਂ ਜੋ ਉਹਨਾਂ ਦੀ ਸਮਝ ਵੱਧ ਸਕੇ। ਪੰਜਾਬੀ ਭਾਸ਼ਾ 'ਚ ਸਭ ਤੋਂ ਵੱਡੀ ਚੀਜ਼ ਬਿਲਕੁਲ ਠੇਠ ਪੰਜਾਬੀ ਭਾਸ਼ਾ 'ਚ ਹਰ ਚੀਜ਼ ਹੋਏਗੀ। ਉਹਦੇ ਕੋਰਸਸ ਅਸੀਂ ਦਿੰਦੇ ਹਾਂ ਕਿ ਤੁਸੀਂ ਘਰੇ ਆਪਣੀ ਇੱਕ ਫੈਮਿਲੀ ਦਾ ਮੈਂਬਰ, ਚਾਹੇ ਕੋਈ ਹਾਊਸ ਵਾਈਫ ਹੈ, ਚਾਹੇ ਜੌਬ ਸੀਕਰ ਹੈ, ਚਾਹੇ ਸ਼ਾਪਕੀਪਰ ਹੈ, ਚਾਹੇ ਸਟੂਡੈਂਟ ਹੈ, ਤੁਸੀਂ ਅਗਰ ਰਿਟਾਇਰਡ ਹੋ, ਮੈਂ ਹਮੇਸ਼ਾ ਬਜ਼ੁਰਗਾਂ ਨੂੰ ਰਿਕੁਐਸਟ ਕਰਦਾ ਹੁੰਦਾ ਕਿ ਤੁਸੀਂ ਜੋ ਜਵਾਨੀ 'ਚ ਕਰਨਾ ਸੀ ਕਰ ਲਿਆ, ਹੁਣ ਸਮਾਜ ਦੀ ਵਾਰੀ ਆ ਗਈ ਆ। ਰਿਟਾਇਰਡ ਹੋ, ਘਰੇ ਬੈਠੇ ਹੋ, ਆਹ ਇੱਕ ਕੋਰਸ ਹੈ 1 ਸਾਲ ਦਾ, ਇਹਨੂੰ ਐਡ ਕਰੋ, ਕਿਤਾਬਾਂ ਨੂੰ ਪੜ੍ਹੋ, ਤੁਹਾਡੀ ਭਾਸ਼ਾ 'ਚ ਸਿਖਾਵਾਂਗੇ। ਜਿੰਨਾ ਗਿਆਨ ਹੈ ਆਪਦੇ ਪੁੱਤ ਪੋਤਰੀਆਂ ਨੂੰ ਸੇਵ ਕਰੋ, ਆਪਣੇ ਘਰ ਦੇ ਬੱਚੇ ਨੋਹਾਂ ਨੂੰ ਸੇਵ ਕਰੋ, ਆਲੇ ਦੁਆਲੇ ਜਿਨ੍ਹਾਂ ਨੂੰ ਬੈਠਦੇ ਉਹਨਾਂ ਨੂੰ ਪੋਜ਼ਿਟਿਵ ਵਿਚਾਰ ਨਾਲ ਜੋੜੋ। ਜਿਹੜਾ ਕੰਮ ਇਕੱਲਾ ਡਾਕਟਰ ਵੀ ਨਹੀਂ ਕਰ ਸਕਦਾ ਉਹ ਤੁਸੀਂ ਕਰ ਜਾਓਗੇ। ਅੱਛਾ ਭੁੱਲਰ ਸਾਹਿਬ, ਫਿਰ ਜੇ ਤੁਹਾਨੂੰ ਮਿਲਣ ਦਾ ਤਰੀਕਾ ਕੀ ਹੈ, ਇੱਕ ਵਾਰ ਫਿਰ ਸਾਨੂੰ ਦੱਸ। ਹਾਂ, ਤਾਂ ਮਿਲਣ ਦਾ ਤਰੀਕਾ ਸਰ ਆਲਰੇਡੀ ਅਲੱਗ-ਅਲੱਗ ਡਿਸਟ੍ਰਿਕਟ 'ਚ ਆਪਣੇ ਹਸਪੀਟਲਸ ਨੇ, ਜਿਵੇਂ ਮੋਗਾ, ਬਠਿੰਡਾ, ਲੁਧਿਆਣਾ, ਅੰਮ੍ਰਿਤਸਰ। ਨੰਬਰ ਨੀਚੇ ਚੱਲ ਹੀ ਰਹੇ ਨੇ, ਦਰਸ਼ਕ ਉਹਨਾਂ 'ਤੇ ਫੋਲੋ ਕਰਕੇ ਅਪਾਇੰਟਮੈਂਟ ਲੈ ਕੇ ਹੀ ਆਉਣਾ ਜ਼ਰੂਰੀ ਹੁੰਦਾ ਹੈ। ਉਹਦਾ ਰੀਜ਼ਨ ਹੁੰਦਾ ਕਿ ਅਲੱਗ-ਅਲੱਗ ਸਟੇਸ਼ਨ 'ਤੇ ਨੇ, ਤਾਂ ਮੰਨ ਲਓ ਜੇ ਅੱਜ ਮੈਂ ਮੋਗਾ ਹੈ ਤਾਂ ਕੱਲ੍ਹ ਨੂੰ ਲੁਧਿਆਣਾ ਹੈ, ਤਾਂ ਉੱਥੇ ਫਿਰ ਲਿਮਟਿਡ ਰੱਖਿਆ ਹੋਇਆ ਹੈ ਕਿ 12 ਵਜੇ ਤੋਂ ਲੈ ਕੇ 6 ਵਜੇ ਤੱਕ ਮੇਰਾ ਟਾਈਮ ਰਹਿੰਦਾ ਹਰ ਸੈਂਟਰ ਦੇ ਵਿੱਚ, ਅਤੇ 6 ਘੰਟੇ ਦੇ ਵਿੱਚ ਐਵਰੇਜ ਹੁੰਦੀ ਹੈ ਕਿ 50 ਤੋਂ 60 ਪੇਸ਼ੈਂਟ ਤੋਂ ਜ਼ਿਆਦਾ ਅਸੀਂ ਨਹੀਂ ਦੇਖ ਪਾਉਂਦੇ। ਤਾਂ ਉਸ ਕਰਕੇ ਉਹ ਲਿਮਟਿਡ ਅਪਾਇੰਟਮੈਂਟ ਹੁੰਦੀ ਹੈ, ਅਪਾਇੰਟਮੈਂਟ ਲੈ ਕੇ ਆਓ। ਹਾਂ, ਇਸ ਤੋਂ ਇਲਾਵਾ ਸਾਡੇ ਜਿਹੜੇ ਕਿ ਸੰਸਥਾ ਨੇ ਖੁਦ ਆਪਣੇ ਜਿਹੜੇ ਡਾਕਟਰਸ ਤਿਆਰ ਕੀਤੇ ਹੋਏ ਨੇ ਨੈਚੁਰਲ ਸਾਇੰਸਿਸ ਦੇ, ਜਿਹੜੇ ਇਲੈਕਟ੍ਰੋਪੈਥ ਵੀ ਨੇ, ਨਿਊਰੋਥੈਰੇਪੀ ਦੇ ਡਾਕਟਰ ਵੀ ਨੇ ਸਾਡੇ, ਔਰ ਨੇਚਰੋਪੈਥੀ ਦੇ ਡਾਕਟਰ ਵੀ ਨੇ, ਐਕੂਪ੍ਰੈਸ਼ਰ ਦੇ ਡਾਕਟਰ ਵੀ ਨੇ। ਅਲੱਗ-ਅਲੱਗ ਡਿਵੀਜ਼ਨ ਦੇ ਅਸੀਂ ਡਾਕਟਰ ਆਪਣੀ ਸੰਸਥਾ ਨੇ ਆਪਣੀ ਪੜ੍ਹਾਈ ਦੇ ਥਰੂ ਅਸੀਂ ਤਿਆਰ ਕੀਤੇ ਹੋਏ ਆ। ਉਹ ਡਾਕਟਰ ਸਾਡੇ ਉੱਥੇ 24 ਘੰਟੇ ਉਸ ਸੇਵਾ ਦੇ ਵਿੱਚ ਬੈਠੇ ਹੋਏ ਨੇ। ਉਹਨਾਂ ਦੀ ਵੀ ਅਪਾਇੰਟਮੈਂਟ ਸਿਸਟਮ ਹੀ ਹੈ, ਉਹਨਾਂ ਦੀ ਵੀ ਅਪਾਇੰਟਮੈਂਟ ਲੈ ਕੇ ਪੇਸ਼ੈਂਟ ਉੱਥੇ ਜਾ ਸਕਦਾ ਔਰ ਇਹ ਸੇਵਾਵਾਂ ਨੂੰ ਲੈ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਬੜੀ ਤੁਸੀਂ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਠੇਠ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਫਾਇਦਾ ਜ਼ਰੂਰ ਲੈਣਗੇ। ਜੀ, ਹਕੀਕਤ ਟੀਵੀ ਚੈਨਲ ਦੀ ਸਾਰੀ ਟੀਮ ਨੂੰ, ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਥੈਂਕਸ, ਧੰਨਵਾਦ ਕਿ ਤੁਸੀਂ ਇਸ ਪੂਰੀ ਵੀਡੀਓ ਨੂੰ ਦੇਖਿਆ ਹੈਗਾ, ਔਰ ਇਸੇ ਤਰ੍ਹਾਂ ਪਿਆਰ ਅਤੇ ਆਸ਼ੀਰਵਾਦ ਦਿੰਦੇ ਰਹੋ ਜੀ। ਉਤਸ਼ਾਹ ਵੱਧਦਾ ਰਹੇਗਾ, ਹੋਰ ਵੀ ਅੱਛਾ ਗਿਆਨ ਤੁਹਾਡੇ ਘਰਾਂ ਤੱਕ ਪਹੁੰਚਾਉਂਦੇ ਰਹਾਂਗੇ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਗੁਲਾਮੀ ਤੋਂ ਆਜ਼ਾਦ ਕਰਾ ਸਕੀਏ। ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਭੁੱਲਰ, ਜਿਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਬਹੁਤ ਛੋਟੀਆਂ ਗੱਲਾਂ ਨੂੰ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਅਪਣਾਉਣਾ ਸ਼ੁਰੂ ਕਰ ਦਈਏ ਜਾਂ ਅਪਣਾ ਲਈਏ ਤਾਂ ਜੋ ਬਿਮਾਰੀਆਂ ਦਾ ਮੱਕੜ ਜਾਲ ਹੈਗਾ ਉਸ ਦੇ ਵਿੱਚੋਂ ਅਸੀਂ ਸਫਲਤਾ ਦੇ ਨਾਲ ਨਿਕਲ ਸਕਦੇ ਹਾਂ। ਸਾਡੀ ਕੋਸ਼ਿਸ਼ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਹੇਗੀ ਕਿ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਜਿੰਨੀ ਕੁ ਡਾਕਟਰ ਭੁੱਲਰ ਨੂੰ ਜੇ ਅਸੀਂ ਕਹਿ ਲਈਏ ਕਿ ਜਿੰਨੀ ਕੁ ਜਾਣਕਾਰੀ ਇਹਨਾਂ ਨੂੰ ਹੈ ਉਸ ਦਾ ਫਾਇਦਾ ਅਸੀਂ ਵੀ ਲੈ ਸਕੀਏ ਅਤੇ ਸਾਡੇ ਦਰਸ਼ਕ ਵੀ ਲੈ ਸਕਣ। ਫਿਲਹਾਲ ਇਹ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਨੀਚੇ ਨੰਬਰ ਹੈ, ਅਸੀਂ ਤੁਹਾਡੀ ਡਿਮਾਂਡ ਮੁਤਾਬਕ ਹੁਣ ਦੇਣ ਲੱਗ ਗਏ ਹਾਂ। ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੇ ਆਪਣੇ ਮਨ ਦੇ ਸਵਾਲ, ਆਪਣੇ ਸ਼ੰਕੇ ਨੇ ਜਿਹੜੇ ਉਹ ਦੂਰ ਤੁਸੀਂ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।